ਮਾਤਾ ਹਰਬੰਸ ਕੌਰ ਨੇ ਆਪਣੇ ਪਰਿਵਾਰ ਦੇ 8 ਜੀ ਖੋ ਕੇ ਆਏ ਨੇ ਉੱਥੇ। ਔਰ ਮਾਂ ਦਾ ਦੁੱਖ ਕਿੰਨਾ ਵੱਡਾ ਹੈ ਜਦੋਂ ਉਸਨੇ ਆਪਣੇ ਪੁੱਤ ਨੂੰ, ਪਤੀ ਨੂੰ, ਧੀਆਂ ਨੂੰ ਉਸਦੀਆਂ ਲਾਸ਼ਾਂ ਦੇਖ ਕੇ ਉੱਥੋਂ ਗੁਜ਼ਰੀ ਹੋਵੇ ਮਾਂ। ਤੁਸੀਂ ਕਦੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ ਨਹੀਂ ਸੀ, ਪਹਿਲੀ ਵਾਰ ਮੱਥਾ ਟੇਕਣ ਗਏ ਸੀ? ਉਹਦੀ ਪਹਿਲੀ ਵਾਰ ਗਏ ਸੀ, ਪਹਿਲੀ ਵਾਰੀ ਵਾ ਸਾਡੇ ਨਾਲ ਕੁਝ ਬਣ ਗਿਆ। ਫਿਰ ਸਾਰੀਆਂ ਪਿੰਡਾਂ ਭੱਜ ਕੇ ਉੱਠ ਕੇ ਗਈਆਂ ਵੀ ਕੀ ਗੱਲ, ਜਦੋਂ ਰਾਤ ਦੇ ਸਾਡੇ ਕੋਲੇ ਨਹੀਂ ਕੋਈ ਆਇਆ ਗਿਆ ਸਾਰਿਆਂ ਬੰਦਿਆਂ ਚੋਂ। ਫਿਰ ਦੇਖੇ ਸਾਡੇ ਘਰ ਦੇ ਬਸ ਇੱਕ ਸੱਜੀ ਬਾਂਹ ਦੀ ਸੀ, ਕੁਛ ਨਹੀਂ ਦਿਸਿਆ, ਤਾਂ ਮੂੰਹ ਨਹੀਂ ਦਿਸਿਆ, ਸਿਰ ਨਹੀਂ ਦਿਸਿਆ, ਉਹ ਇੱਕ ਬਾਂਹ ਦੀ ਸੀ ਬਸ ਇੰਨੀ ਕੁ। ਗੱਡੀ ਦਾ ਕੰਮ ਸੀ ਕੋਲੇ, ਪੈਸੇ ਪੂਸੇ ਵੀ ਲੈ ਕੇ ਗਿਆ ਸੀ ਵੀ ਚੱਲ ਕੀ ਪਤਾ ਹੁੰਦਾ ਗੱਡੀ ਦਾ ਕੰਮ ਹੈ। ਇਹ ਤੋਲੇ ਦੀਆਂ ਮੇਰੇ ਵਾਲੀਆਂ ਸੀ, ਮੈਂ ਉਹ ਵੀ ਲਾ ਕੇ ਫੜਾਤੀਆਂ ਵੀ ਚੱਲ ਕੀ ਪਤਾ ਹੁੰਦਾ ਰੌਲਾ ਗਲਾ ਮੈਨੂੰ ਕੋਈ ਧੱਕਾ ਦੇ ਕੇ ਛੱਡੇ। ਆਪਦੇ 'ਚ ਕਿੱਡਾ ਕਮਾਂਜਣਾ ਹੁੰਦਾ ਬੁੜੀਆਂ 'ਚ, ਮੈਂ ਉਹ ਵੀ ਲਾ ਕੇ ਉਹਨੂੰ ਫੜਾਤੀਆਂ। ਉਹ ਵੀ ਉਹਦੀ ਜੇਬ 'ਚ ਰਹਿ ਗਈਆਂ। ਨਹੀਂ ਚੱਲ ਅਸੀਂ ਆਪਦਾ ਕੁਛ ਦੇਖ ਤਾਂ ਲੈਂਦੀਆਂ ਉਹਨਾਂ ਦੇ ਕੋਲ, ਜਾਣ ਹੀ ਨਹੀਂ ਦਿੱਤੀਆਂ, ਉਹਨਾਂ ਵੜਨ ਨਹੀਂ ਦਿੱਤੀਆਂ, ਪੈਰ ਵੀ ਨਹੀਂ ਧਰਨ ਦਿੱਤਾ ਅੰਦਰ। ਜਦੋਂ ਉੱਥੇ ਮੱਥਾ ਟੇਕਿਆ ਸੀ ਦਰਬਾਰ ਸਾਹਿਬ 'ਚ ਜਾ ਕੇ, ਉਦੋਂ ਦੀ ਸ਼ਾਂਤੀ ਸੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਅੰਦਰ ਗਏ? ਫੌਜ ਤਾਂ ਲੱਗੀ ਹੋਈ ਸੀਗੀ? ਫੌਜ ਲੱਗੀ ਹੋਈ, ਮੈਂ ਤੈਨੂੰ ਦੱਸਦਾ ਵੀ ਦੇਖ ਲਿਆ, ਮੈਂ ਕਦੇ ਗਈ ਨਹੀਂ ਸੀ, ਨਾ ਮੈਨੂੰ ਜਗ੍ਹਾ ਦਾ ਪਤਾ ਵੀ ਕਿਵੇਂ ਆ। ਫੌਜ ਦਾ ਮੈਨੂੰ ਪਤਾ ਹੀ ਕੀ ਹੋਣਾ, ਮੈਂ ਤਾਂ ਉਦੋਂ ਪਹਿਲੀ ਵਾਰ ਗਈ ਸੀ, ਪਹਿਲੀ ਵਾਰ ਗਈ ਨੇ ਮੇਰੇ ਨਾਲ ਕੁਛ ਹੋ ਗਿਆ। ਸਭ ਤੋਂ ਵੱਡਾ ਨੁਕਸਾਨ ਤਾਂ ਸਾਡਾ ਹੋਇਆ, ਰਿਸ਼ਤੇਦਾਰ ਮੁੱਕ ਗਏ, ਨਾਲੇ ਆਪਦਾ ਟੱਬਰ ਮੁੱਕ ਗਿਆ। ਚਲ ਮੈਂ ਤਾਂ ਕਹਿੰਦੀ ਜਵਾਕ ਹੀ ਬਚਿਆ ਹੁੰਦੇ, ਜਿਵੇਂ ਅਸੀਂ ਹੁਣ ਤਿੰਨੇ ਮਾਮਤੀਆਂ ਵਕਤ ਵੇਲਾ ਕੱਟਦੇ ਹਾਂ, ਉਹਨਾਂ ਨਾਲ ਵੀ ਕੱਟਿਆ ਜਾਂਦਾ। ਤੁਸੀਂ ਉੱਥੋਂ ਇੱਕ ਟੈਂਕਰ ਦੇ ਵਿੱਚ ਬੈਠਦੇ ਹੋ ਹੈ ਨਾ, ਤੁਹਾਨੂੰ ਉੱਥੋਂ ਫੌਜੀ ਬਿਠਾਉਂਦੀ ਹੋਣੀ ਆ, ਤਾਂ ਫਿਰ ਤੁਸੀਂ ਕਿੱਥੇ ਜਾਂਦੇ ਹੋ ਉੱਥੋਂ? ਕੀ ਪਤਾ ਹੁਣ, ਪਤਾ ਹੀ ਨਹੀਂ ਵੀ ਕਿਹੜਾ ਸ਼ਹਿਰ ਸੀ ਕਿਹੜਾ ਨਾ ਸੀ, ਮੈਂ ਤਾਂ ਬਨਾਲਾ ਵੀ ਨਹੀਂ ਸੀ ਵੀ ਕਿਤੇ ਦੇਖਿਆ। ਫਿਰ ਐ ਮੈਨੂੰ ਸ਼ਹਿਰਾਂ ਦਾ ਕੀ ਪਤਾ ਲੱਗਿਆ। ਪਹਿਲੀ ਵਾਰੀ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਹੈ ਨਾ, ਤੇ ਹੁਣ ਕਦੇ ਉਸ ਤੋਂ ਬਾਅਦ ਗਏ ਹੋ ਕਦੇ ਕਿ ਨਹੀਂ? ਮੈਂ ਨਾਮ ਨਹੀਂ ਲੈਂਦੀ ਬਾਹਲੀ ਗੱਲ ਕਿ ਹੁਣ ਆ ਕਾਗਜ਼ ਜਿਹੇ ਬਣਾਉਣ ਨੂੰ ਆਦੀ ਸੀ ਜੱਗੇ ਹੁਣ ਵੀ, ਮੈਂ ਕਿਹਾ ਤੁਹਾਨੂੰ ਪੈਸੇ ਦੇ ਦੂੰ, ਭਾਈ ਮੈਂ ਜਾ ਨਹੀਂ ਸਕਦੀ, ਜੀ ਨਹੀਂ ਕਰਦਾ ਜਾਣ ਨੂੰ। ਵੀ ਪਹਿਲਾਂ ਇੱਕ ਦਿਨ ਧਰਨੇ ਦੇ ਬਾਗੀ ਵਾਲੀ ਗੱਲ ਕੀ ਆ, ਉੱਥੇ ਮੇਰੀ ਵੱਡੀ ਕੁੜੀ ਕਹਿੰਦੀ ਚੱਲ ਵੀ ਜਾਣਾ ਹੀ ਚਾਹੀਦਾ। ਇੱਕ ਦਿਨ ਬਾਗੀ ਬਸ ਫਿਰ ਮਨ 'ਚ ਆਇਆ ਵੀ ਜੈ ਵੱਡੀ ਤਾਂ ਆਖਣਗੇ ਲੋਕ ਵੀ ਹਜੇ ਵੀ ਨਹੀਂ ਇੱਥੇ ਫਿਰ ਨੂੰ ਹਟਦੀ ਹੈ, ਆਪਦੇ ਮਨ ਨੂੰ ਇੰਨੀ ਬੇਸ਼ਰਮੀ ਆਵੇ, ਮੈਂ ਜਾ ਕੇ ਨਹੀਂ ਰਾਜੀ। ਇਸ ਮਾਤਾ ਦਾ ਕੀ ਕਸੂਰ ਸੀ ਜਦੋਂ ਉੱਥੇ ਆਪਣੇ ਪਰਿਵਾਰ ਦੇ ਨਾਲ ਕਿੰਨਾ ਚਾਅ ਸੀ, ਸਾਰੇ ਪਰਿਵਾਰ ਨੂੰ ਅਸੀਂ ਟਰੱਕ ਨਵਾਂ ਲਿਆਏ ਔਰ ਅਸੀਂ ਸਾਰਿਆਂ ਨੇ ਜਾਣਾ ਹੈ, ਮੱਥਾ ਟੇਕਾਂਗੇ, ਔਰ ਇਸ ਦੌਰਾਨ ਉਹ ਸਭ ਕੁਝ ਗਵਾ ਕੇ ਲੁਟਾ ਕੇ ਵਾਪਸ ਆ ਜਾਂਦੇ ਨੇ। ਤੁਸੀਂ ਫਿਕਰ ਕਰਦੇ ਰਹਿੰਦੇ ਹੋ, ਜਿਹੜੀ ਤੁਹਾਡੀ ਜ਼ਿੰਦਗੀ ਇਹਨੂੰ ਤਾਂ ਉਹਨੂੰ ਭੁਲਾ ਦਿਓ, ਉਸ ਵੇਲੇ ਨੂੰ ਭੁੱਲਦੇ ਨਹੀਂ ਬਿਲੇ ਕਿਸੇ ਵੇਲੇ। ਪਈ ਤੇ ਵੀ ਯਾਦ ਆਉਂਦੀ, ਰਾਤ ਨੂੰ ਦਿਨੇ ਵੀ ਫਿਰਦੀ ਤੇ ਯਾਦ ਆਉਂਦੀ ਆ। ਜਿਹੜਾ ਉਹ ਕੰਮ ਉਹਨਾਂ ਨੇ ਕਰਨਾ ਆਪ ਕਰਨਾ, ਪਹਿਲਾਂ ਸੰਸਾ ਹੁੰਦਾ ਵੀ ਉਹ ਕੰਮ ਮੈਂ ਕਿਵੇਂ ਕਰੂੰ। ਹੁਣ ਕਦੇ ਵੱਡੀ ਧੀ ਕੋਲ ਚਲ ਜਾ ਕਰੋ ਰਹਿਣ ਲਈ, ਕਦੇ ਛੋਟੀ ਕੋਲ ਚਲ ਜਾ ਕਰੋ, ਥੋੜਾ ਜਿਹਾ ਮਨ ਹੋਰ ਹੋ ਜਾਏਗਾ। ਮੈਂ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਕਿਸੇ ਪਾਸੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਜੂਨ 1984 ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਕੰਪਲੈਕਸ ਵਿੱਚ ਤੂਫਾਨ ਤੋਂ ਪਹਿਲਾਂ ਦੀ ਉਹ ਸ਼ਾਂਤੀ। ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਉੱਥੇ ਮੌਜੂਦ ਸਨ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਲੰਗਰ ਹਾਲ ਕਹਿ ਲਈਏ ਜਾਂ ਫਿਰ ਸਰਾਵਾਂ ਦੀ ਗੱਲ ਕਰ ਲਈਏ, ਸੰਗਤਾਂ ਮੌਜੂਦ ਸੀ ਕਿ ਬੱਚੇ, ਕਿ ਬੁੱਢੇ, ਕਿ ਜਵਾਨ, ਪਰ ਕਿਸੇ ਨੂੰ ਇਹ ਭਣਕ ਨਹੀਂ ਸੀ ਕਿ ਇੱਥੇ ਉਹ ਹੋਣ ਵਾਲਾ ਹੈ ਜੋ ਸਦਾ ਹੀ ਉਹਨਾਂ ਨੂੰ ਇੱਕ ਪੀੜ ਦੇ ਕੇ ਜਾਵੇਗਾ, ਕਿ ਅਜਿਹਾ ਦਰਦ ਦੇ ਕੇ ਜਾਵੇਗਾ, ਕਈਆਂ ਨੂੰ ਆਪਣੇ ਉੱਥੇ ਗਵਾਉਣੇ ਪੈ ਜਾਣਗੇ। ਇਹ ਸ਼ਾਇਦ ਉਹਨਾਂ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ। ਪਰ ਜੂਨ 1984 ਵਿੱਚ ਉਹ ਦੁਖਾਂਤ ਵਾਪਰਦਾ ਹੈ ਜੋ ਅੱਜ ਤੱਕ ਵੀ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਉਹ ਜ਼ਖਮ ਜਿਹੜੇ ਸਾਡੇ ਰਿਸਦੇ ਨੇ। ਬਰਨਾਲਾ ਦੇ ਪਿੰਡ ਸੰਘੇੜਾ 'ਚ ਪਹੁੰਚੇ ਹੋਏ ਸਾਂ। ਪਹਿਲਾਂ ਬਾਪੂ ਜੱਗਾ ਸਿੰਘ ਹੁਣਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਸੀ, ਕਿਸ ਤਰ੍ਹਾਂ ਉਹ ਆਪਣੇ ਪਰਿਵਾਰ ਨੂੰ ਉੱਥੇ ਖੋ ਕੇ ਆਉਂਦੇ ਨੇ, ਤੇ ਅੱਜ ਮਾਤਾ ਹਰਬੰਸ ਕੌਰ ਹੁਣਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਹਾਂ। ਇਸੇ ਪਿੰਡ ਦੇ ਰਹਿਣ ਵਾਲੇ ਨੇ ਉਹ ਵੀ। ਮਾਤਾ ਹਰਬੰਸ ਕੌਰ ਨੇ ਆਪਣੇ ਪਰਿਵਾਰ ਦੇ 8 ਜੀ ਖੋ ਕੇ ਆਏ ਨੇ ਉੱਥੇ, ਔਰ ਮਾਂ ਦਾ ਦੁੱਖ ਕਿੰਨਾ ਵੱਡਾ ਹੈ ਜਦੋਂ ਉਸਨੇ ਆਪਣੇ ਪੁੱਤ ਨੂੰ, ਪਤੀ ਨੂੰ, ਧੀਆਂ ਨੂੰ ਉਸਦੀਆਂ ਲਾਸ਼ਾਂ ਦੇਖ ਕੇ ਉੱਥੋਂ ਗੁਜ਼ਰੀ ਹੋਵੇ ਮਾਂ। ਸੋ ਸਾਡੇ ਨਾਲ ਮਾਤਾ ਹਰਬੰਸ ਕੌਰ ਮੌਜੂਦ ਨੇ, ਮਾਤਾ ਜੀ ਨਾਲ ਗੱਲਬਾਤ ਕਰਦੇ ਹਾਂ। ਮਾਤਾ ਜੀ, ਸਿਹਤਾਂ ਠੀਕ ਠਾਕ ਨੇ ਹੁਣ ਤੁਹਾਡੀਆਂ? ਬਸ ਠੀਕ ਹੀ ਹੋ ਕੇ ਵੇਲਾ ਪੂਰਾ ਹੁੰਦਾ ਹੈ। ਜੇ ਹੁਣ ਸਾਰਾ ਮਰੂ ਕਰਕੇ ਵੀ ਨਹੀਂ ਵੇਲਾ ਪੂਰਾ ਹੁੰਦਾ। ਮੇਰਾ ਜਵਾਕੜੀਆਂ ਸੀ ਇਹ ਨਹੀਂ ਸੀ ਪੜ੍ਹਦੀਆਂ, ਵੇਲਾ ਪੂਰਾ ਕਰਦੀ ਰਹੀ ਹਾਂ ਹੁਣ ਤਾਈਂ। ਹੁਣ ਵੀ ਕਰਦੀ ਹਾਂ, ਹੁਣ ਛੋਟੀ ਨਾਲ ਮਾੜਾ ਤੁਰਦੀ ਹਾਂ, ਵੀ ਤੁਰਨ ਲੱਗ ਜਾਂ ਕੋਈ ਮਾੜਾ ਮੋਟਾ ਦਾ ਰੋਟੀ ਦਾ ਕਰ ਲਾਂ। ਅੱਛਾ ਮਾਤਾ ਜੀ, ਤੁਸੀਂ ਜਦੋਂ ਦਰਬਾਰ ਸਾਹਿਬ ਜਾਂਦੇ ਹੋ, ਤੁਸੀਂ ਦੱਸ ਰਿਹਾ ਸੀ ਸਾਨੂੰ ਪਹਿਲਾਂ ਮੁਲਾਕਾਤ ਤੋਂ ਕਿ ਜਿੱਦਾਂ
ਤੁਸੀਂ ਕਦੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ ਨਹੀਂ ਸੀ, ਪਹਿਲੀ ਵਾਰ ਮੱਥਾ ਟੇਕਣ ਗਏ ਸੀ? ਹਾਂ, ਉਹਦੀ ਪਹਿਲੀ ਵਾਰ ਗਏ ਸੀ। ਪਹਿਲੀ ਵਾਰੀ ਬਸ ਸਾਡੇ ਨਾਲ ਕੁਝ ਬਣ ਗਿਆ। ਹੁਣ ਤੱਕ ਹੀ ਨਹੀਂ ਜਾਣਾ ਆਉਣਾ ਸੀ ਸਾਡਾ ਵੇਲੇ ਜਦੋਂ ਉਹ ਜਿਹਾ ਕੁਛ ਹੋ ਗਿਆ ਮੇਰਾ। ਮੁੜ ਕੇ ਉੱਥੋਂ ਜੂਆਂ ਕੱਟ ਕੇ ਘਰੇ ਆ ਗਏ 1 ਮਹੀਨੇ ਮਗਰੋਂ। ਜੱਗਾ ਤਾਂ ਮੈਂ 3 ਮਹੀਨੇ ਮਗਰੋਂ ਆਇਆ, ਦੱਸਿਆ ਉਸ ਨੂੰ। ਮੈਂ ਆਈ ਸੀ ਮਹੀਨੇ ਮਗਰੋਂ। ਮਾਤਾ ਜੀ, ਗੱਲ ਕੀਤੀ ਜਾਵੇ ਜੋ ਤੁਸੀਂ ਇੱਥੋਂ ਸਾਰਾ ਪਰਿਵਾਰ ਬੜੇ ਖੁਸ਼ੀਆਂ ਚਾਵਾਂ ਦੇ ਨਾਲ ਜਾਂਦੇ ਹੋ, ਟਰੱਕ ਲਿਆ ਹੁੰਦਾ, ਤੁਸੀਂ ਸਾਰਿਆਂ ਨੇ ਹਿੱਸਾ ਪਾਇਆ ਹੁੰਦਾ ਟਰੱਕ ਵਿੱਚ, ਤੇ ਸਾਰਾ ਪਰਿਵਾਰ ਇਕੱਠਾ ਜਾਂਦੇ ਹੋ ਨਾ, ਤੇ ਉੱਥੇ ਜਦੋਂ ਜਾਂਦੇ ਹੋ ਸੇਵਾ ਕਰਦੇ ਹੋ ਤੁਸੀਂ, ਲੰਗਰ ਛਕਿਆ? ਗਏ ਸੀ ਦਿਨ ਸਿਪੇ, ਜਮਾ ਦਿਨ ਸਿਪ ਗਏ ਖਾਸਾ, ਰੋਟੀ ਪ੍ਰਸਾਦਾ ਸਕੇ ਬਸ ਇਸ਼ਨਾਨ ਪਾਣੀ ਵੀ ਕਰ ਲਿਆ ਸੀ। ਪਾਏ ਬੈਠ ਜੇ ਵੀ ਗਈ ਸੀ, ਬਸ ਥੋੜਾ ਚਿਰ ਹੀ ਹੋਇਆ ਸੀ, ਬਸ ਉਨੀ ਗੋਲੀ ਚੱਲਣ ਲੱਗੀ। ਮੁੜ ਕੇ ਗੋਲੀ ਬੰਦ ਨਹੀਂ ਹੋਈ 4 ਦਿਨ। ਜਦੋਂ ਇਹ ਮੁਕਾ ਤੇ ਫੇਰ ਗੋਲੀ ਬੰਦ ਹੋ ਗਈ। ਅਸੀਂ ਉੱਥੇ ਅੱਡ ਬੈਠੀਆਂ ਰਹੀਆਂ। ਘਰ ਦੇ ਸਾਡੇ ਜਿਹੜੇ ਹੋਰ ਸੀ ਸਾਡੇ ਤੋਂ ਅੱਡ ਕਰ ਲਏ। ਅੱਡ ਕਰਕੇ ਫਿਰ ਪਤਾ ਨਹੀਂ ਕੀ ਕਰਿਆ ਉਹਨਾਂ ਨੇ, ਕੀ ਨਾ ਕਰਿਆ। ਅਸੀਂ ਐਂ ਕੰਧੀ ਜੀ ਨਾਲ ਬੈਠੀਆਂ, ਮੇਰੇ ਇੰਨਾ ਕੁ ਯਾਦ ਹੈ ਕਿ ਘਰ ਦੇ ਸਾਡੇ ਕਮਰੇ 'ਚ ਵੜ ਲਏ। ਜਿਹੜਾ ਦੋਹਤਾ ਸੀ ਉਹ ਸਾਡੀ ਬਹੂ ਦੀ ਕੁੜੀ ਸੀ, ਗੋਦੀ ਛੋਟੀ ਜਿਹੀ 3 ਸਾਲਾਂ ਦੀ, ਉਹਨੂੰ ਬਰਿਆਉਂਦੀ ਫਿਰੀ, ਉਹ ਥੋੜ੍ਹੀ ਜਿਹੀ ਹੰਡਣ ਜੀ ਸੀ। ਫਿਰ ਸਾਡਾ ਦੋਹਤਾ ਦੇਖਿਆ ਉਹਨੇ ਬਾਹਰ 'ਚ, ਉੱਥੇ ਕਮਰੇ 'ਚ ਪਿਆ ਜਮਾਂ ਹੀ ਉੱਤੇ ਸਾਰਿਆਂ ਨਾਲੋਂ। ਉਹ ਭੱਜ ਕੇ ਕਹਿੰਦੀ ਆਪਾਂ ਤਾਂ ਬੇਬੇ ਪੱਟੇ ਗਏ ਵੀ, ਦੇ ਪਿੰਦਰ ਦਾ ਡੈਡੀ ਵੀ ਆਏ ਹੋਇਆ ਪਿਆ। ਫਿਰ ਸਾਰੀਆਂ ਪਿੰਡਾਂ ਭੱਜ ਕੇ ਉੱਠ ਕੇ ਗਈਆਂ ਵੀ ਕੀ ਗੱਲ, ਜਦੋਂ ਰਾਤ ਦੇ ਸਾਡੇ ਕੋਲੇ ਨਹੀਂ ਕੋਈ ਆਇਆ ਗਿਆ ਸਾਰਿਆਂ ਬੰਦਿਆਂ 'ਚੋਂ। ਫਿਰ ਦੇਖੇ ਸਾਡੇ ਘਰ ਦੇ ਬਸ ਇੱਕ ਸੱਜੀ ਬਾਂਹ ਦੀ ਸੀ, ਕੁਛ ਨਹੀਂ ਦਿਸਿਆ, ਤਾਂ ਮੂੰਹ ਨਹੀਂ ਦਿਸਿਆ, ਸਿਰ ਨਹੀਂ ਦਿਸਿਆ, ਉਹ ਇੱਕ ਬਾਂਹ ਦੀ ਸੀ ਬਸ ਇੰਨੀ ਕੁ। ਉਸ ਕਮਰੇ 'ਚ ਲਾਸ਼ਾਂ ਸੀਗੀਆਂ? ਹਾਂ, ਨਾ ਮੇਰੇ ਜਵਾਕ ਦਿਸੇ ਤਿੰਨੇ, ਨਾ ਮੇਰਾ ਪਿਓ ਭਾਈ ਦਿਸਿਆ, ਨਾ ਉਹ ਜਿਹੜਾ ਮਾਮਾ ਸੀ ਉਹ ਦਿਸਿਆ। ਉੱਥੇ ਬਹਿ ਬੂ ਗਈਆਂ, ਚੱਲ ਰੋਕ ਵਾਲਾ ਨੂੰ ਲੱਗ ਗਈਆਂ। ਫਿਰ ਬਸ ਸਾਨੂੰ ਫੜ ਕੇ ਬਾਹਰ ਕੱਢਤਾ, ਫਿਰ ਸਾਨੂੰ ਦੇਖਣ ਨਹੀਂ ਦਿੱਤੇ। ਬਾਹਰ ਕੱਢ ਕੇ ਫਿਰ ਸਾਨੂੰ ਟੈਂਕ ਜੇ ਸੀ, ਪਤਾ ਨਹੀਂ ਕੀ ਸੀ, ਉਹ ਸਾਨੂੰ ਚੜ੍ਹਾ ਕੇ ਕਿਤੇ ਹੋਰ ਛੱਡ ਦੇਵਾਂ। ਉੱਥੇ ਰੱਖਿਆ, ਮੈਨੂੰ ਲੱਗਦਾ 1-2 ਦਿਨ। ਫਿਰ ਕਿਸੇ ਪਾਸੇ ਹੋਰ ਚੜ੍ਹਾ ਕੇ ਛੱਡੀਆਂ ਆਈਆਂ। ਐਂ ਜੇ ਕਰਦੇ ਰਹੇ ਸਾਡੇ ਨਾਲ ਮਹੀਨਾ। ਫਿਰ ਅਸੀਂ ਸੰਗਰੂਰ ਛੱਡਤੀਆਂ। ਸੰਗਰੂਰ ਸਾਨੂੰ 2 ਦਿਨ 3 ਦਿਨ ਛੱਡ ਗਏ ਸੀ ਘਰੇ। ਅਤੇ ਉੱਥੇ ਵੀ ਜੇਲ੍ਹਾਂ ਕੱਟੀਆਂ ਜਿਨ੍ਹਾਂ 'ਚ, ਉੱਥੇ ਵੀ ਸਾਤੋਂ ਪੁੱਛਦੇ ਆਹੀ ਗੱਲਾਂ ਵੀ ਕਿਵੇਂ ਆਏ, ਕਿਉਂ ਆਏ, ਕੀ ਗੱਲ ਕਾਹਤੋਂ ਆਉਣਾ ਜਾਣਾ ਸੀ ਤੁਸੀਂ। ਹੁਣ ਜਦੋਂ ਸਾਰੀ ਦੁਨੀਆ ਜਾਂਦੀ ਹੋਈ ਸੀ, ਅਸੀਂ ਵਗ ਗਏ ਵੀ ਚੱਲ ਗੁਰੂ ਘਰ ਵਗ ਜਾਂਦੇ ਹਾਂ, ਗੱਡੀ ਫਿਰ ਆਪਾਂ ਕੰਮ 'ਤੇ ਲਾਵਾਂਗੇ। ਇਹ ਜੱਗੇ ਦੀ ਵੀ ਸਾਂਝੀ ਸੀ ਸਾਡੇ ਨਾਲ, ਸਾਡੀ ਸੀ ਨਾਲੇ। ਹੁਣ ਆਹ ਗੱਲ ਦਾ ਤਾਂ ਪਤਾ ਹੀ ਨਹੀਂ ਸਾਡੇ ਨਾਲ ਐਂ ਬਣੂਗੀ। ਫਿਰ ਸਾਨੂੰ ਘਰੇ ਛੱਡਤਾ। ਇੰਨੇ ਕੁ ਗੱਲਾਂ ਮੇਰੇ ਯਾਦ ਆ ਵੀਰਾ, ਹੋਰ ਮੇਰੇ ਬਾਲੀਆਂ ਯਾਦ ਨਹੀਂ ਗਈਆਂ। ਹੋਈਆਂ ਤਾਂ ਉੱਥੇ ਬਹੁਤ ਨਹੀਂ, ਪਰ ਮੇਰੇ ਇੰਨੀਆਂ ਯਾਦ ਨਹੀਂ ਰਹੀਆਂ ਹੁਣ। ਤੁਹਾਡਾ ਬੇਟਾ ਕਿੰਨੇ ਸਾਲ ਦੇ ਉਮਰ 'ਚ ਸੀ ਉਦੋਂ? 12 ਸਾਲਾਂ ਦਾ ਸੀ। 7 ਸਾਲਾਂ ਦੀ ਕੁੜੀ ਸੀ, ਇੱਕ 5 ਸਾਲਾਂ ਦੀ ਸੀ। 3 ਜਵਾਕ ਏਡੇ ਸੀ। ਉਹਨਾਂ ਨੂੰ ਵੀ ਗੋਲੀ ਲੱਗੀ ਸੀ, ਦੇਖੇ ਸੀ ਤੁਸੀਂ ਉਹਨੇ? ਦੇਖੀਆਂ ਹੀ ਨਹੀਂ, ਜਮੀ ਨਹੀਂ ਦਿਸੀਆਂ। ਬਸ ਤੈਨੂੰ ਦੱਸਿਆ ਬਾਂਹ ਦੀ ਸੀ ਘਰਦਿਆਂ ਦੀ, ਕੁਛ ਨਹੀਂ ਦਿਸਿਆ। ਤੂੰ ਗੱਲ ਮੁਕਾਵੀ, ਅੱਖਾਂ ਤੋਂ ਦਿਸਣੋਂ ਹਟ ਗਿਆ ਤੂੰ। ਫਿਰ ਜਵਾਕ ਨਹੀਂ ਦਿਸੇ, ਪਿਓ ਭਾਈ ਨਹੀਂ ਦਿਸਿਆ, ਮਾਮਾ ਸੀ ਜਿਹੜਾ ਇਹਨਾਂ ਦਾ ਉਹ ਨਹੀਂ ਦਿਸਿਆ, ਕੁਛ ਨਹੀਂ ਦਿਸਿਆ। ਦੇਖਣ ਨੂੰ ਨਹੀਂ ਦਿੱਤੇ, ਕੁਛ ਦਿਸਿਆ ਨਹੀਂ। ਜਦੋਂ ਕੱਢਤੀਆਂ ਬਾਹਰ ਫਿਰ ਦੇਖੀ ਵੀ ਹਾਂ ਇੱਥੋਂ ਉੱਥੇ ਕੱਢਤੀਆਂ, ਕੀ ਦੇਖੀ ਜਦੋਂ ਇੱਥੇ ਪਏ ਨੇ। ਮੈਂ ਦੇ ਜ਼ਿਆਦਾ ਮੇਰੇ ਵੀ ਕਮਰਾ ਸੀ, ਇਹ ਖੜਾ ਇੱਕ ਅੱਧਾ ਸੀ। ਐਡੀ ਧੜ ਲਾਈ ਪਈ, ਐਡੀ ਧੜ ਲਾਈ ਪਈ ਸੀ। ਕੱਢ ਕੇ ਬਾਹਰ ਲੈ ਗਏ ਸਾਨੂੰ। ਬਸ ਕੋਈ ਦੇਖਣੀ ਤਾਂ ਜਵਾਕ ਨਹੀਂ, ਦੇਖਣਾ ਤਾਂ ਕੋਈ ਹੋਰ ਨਹੀਂ। ਬਸ ਬਾਹਾਂ ਫਟਫਟ ਕੱਢਤੀਆਂ, ਇੱਥੋਂ ਵਗ ਜਾਓ। ਗੱਡੀ ਦਾ ਕੰਮ ਸੀ, ਕੋਲ ਪੈਸੇ ਪੂਸੇ ਵੀ ਲੈ ਕੇ ਗਿਆ ਸੀ ਵੀ ਚੱਲ ਕੀ ਪਤਾ ਹੁੰਦਾ ਗੱਡੀ ਦਾ ਕੰਮ ਹੈ। ਜਿਵੇਂ ਤੋਲੇ ਦੀਆਂ ਮੇਰੇ ਵਾਲੀਆਂ ਸੀ, ਮੈਂ ਉਹ ਵੀ ਲਾ ਕੇ ਫੜਾਤੀਆਂ ਵੀ ਚੱਲ ਕੀ ਪਤਾ ਹੁੰਦਾ ਰੌਲਾ ਗਲਾ ਮੈਨੂੰ ਕੋਈ ਧੱਕਾ ਦੇ ਕੇ ਛੱਡੇ। ਆਪਦੇ 'ਚ ਕਿੱਡਾ ਕੁ ਮਾਂਜਣਾ ਹੁੰਦਾ ਬੁੜੀਆਂ 'ਚ, ਮੈਂ ਉਹ ਵੀ ਲਾ ਕੇ ਉਹਨੂੰ ਫੜਾਤੀਆਂ। ਉਹ ਵੀ ਉਹਦੀ ਜੇਬ 'ਚ ਰਹਿ ਗਈਆਂ ਨੇ। ਚੱਲ ਅਸੀਂ ਆਪਦਾ ਕੁਛ ਦੇਖ ਤਾਂ ਲੈਂਦੀਆਂ ਉਹਨਾਂ ਕੋਲ। ਜਾਣ ਹੀ ਨਹੀਂ ਦਿੱਤੀਆਂ, ਉਹਨਾਂ ਨੂੰ ਵੜਨ ਨਹੀਂ ਦਿੱਤੀਆਂ, ਪੈਰ ਵੀ ਨਹੀਂ ਧਰਨ ਦਿੱਤਾ ਅੰਦਰ, ਬਾਹਰ ਹੀ ਨਿਕਲ ਜਾਓ। ਨਾ ਸਾਨੂੰ ਉਹਨਾਂ ਨੇ ਲੋਥਾਂ ਦਿੱਤੀਆਂ ਨੇ, ਬਸ ਖਬਰਾਂ ਕਿੱਥੇ ਸਿੱਟੇ। ਮਨ ਬਥੇਰਾ ਦੁਖੀ ਹੁੰਦਾ ਵੀਰਾ, ਜਦੋਂ ਕੁੱਤੇ ਵੀ ਲਈ ਮੈਂ ਮਰੇ ਦੇਖ ਲੈ, ਮੈਨੂੰ ਦਿਸਣਾ ਵੜ ਜਾਂਦਾ। ਤੁਸੀਂ ਜਦੋਂ ਉੱਥੇ ਮੱਥਾ ਟੇਕਿਆ ਸੀ ਦਰਬਾਰ ਸਾਹਿਬ 'ਚ ਜਾ ਕੇ, ਉਦੋਂ ਤਾਂ ਸ਼ਾਂਤੀ ਸੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਅੰਦਰ ਗਏ? ਫੌਜ ਤਾਂ ਲੱਗੀ ਹੋਈ ਸੀਗੀ? ਫੌਜ ਲੱਗੀ ਹੋਈ, ਮੈਂ ਤੈਨੂੰ ਦੱਸਦਾ ਵੀ ਦੇਖ ਲਿਆ, ਮੈਂ ਕਦੇ ਗਈ ਨਹੀਂ ਸੀ, ਨਾ ਮੈਨੂੰ ਜਗ੍ਹਾ ਦਾ ਪਤਾ ਵੀ ਕਿਵੇਂ ਆ। ਫੌਜ ਦਾ ਮੈਨੂੰ ਪਤਾ ਹੀ ਕੀ ਹੋਣਾ, ਮੈਂ ਤਾਂ ਉਦੋਂ ਪਹਿਲੀ ਵਾਰ ਗਈ ਸੀ। ਪਹਿਲੀ ਵਾਰ ਗਈ ਨੇ ਮੇਰੇ ਨਾਲ ਕੁਛ ਹੋ ਗਿਆ।
ਲੱਗੀ ਹੋ ਫੌਜ ਵਿੱਚ ਜਦੋਂ ਤੜਕੇ ਨੂੰ ਦੱਸਦੇ ਸੀ ਗੋਲੀਆਂ ਚੱਲਣ ਲੱਗ ਗਈਆਂ, ਫਿਰ ਜੇ ਸੀਗੇ ਤਾਂ ਹੀ ਚਲਾਉਣ ਲੱਗ ਗਏ, ਪਰ ਦਿਸੇ ਨਹੀਂ ਕਿਤੇ, ਐਵੇਂ ਝੂਠ ਮਾਰਾਂ। ਫਿਰ ਜੱਗੇ ਕੇ ਅੱਡ ਹੋ ਗਏ ਸਾਡੇ ਘਰ ਦਾ ਮਾਮਾ ਜਿਹੜਾ ਪਾਣੀ ਪੂਣੀ ਲਿਆ, ਸਾਡੀ ਮੇਰੀ ਸੱਸ ਵਰਗੀਆਂ ਲੜਨ ਲੱਗ ਗਈਆਂ ਵੀ ਪਾਣੀ ਐਂ ਲਿਆਉਂਦਾ, ਮੇਰਾ ਭਾਈ ਐਂ ਪੀ ਜਾਂਦੇ, ਫਿਰ ਇਹ ਅੱਡ ਸੱਤ ਹੋ ਗਏ, ਤਾਂ ਹੋ ਗਏ, ਅਸੀਂ ਥੱਲੇ ਰਹਿ ਗਏ, ਐਂ ਬੈਠੇ ਥੱਲੇ ਜਿਵੇਂ ਆ ਕੰਧਾਂ ਕੁੰਧਾਂ ਜਿਹੀਆਂ ਲਾ ਕੇ ਬਹਿ ਗਏ। ਇਹ ਤਾਂ ਕੋਠੇ ਤੇ ਚੜ੍ਹ ਗਏ, ਇਹਦੀ ਫਿਰ ਬਹੂ ਮਰੀ, ਇੱਕ ਕੁੜੀ ਮੇਰੀ, ਸਾਡੇ ਇੱਕ ਬਹੂ ਹੋਰ ਮਰੀ, ਇਹ ਤਿੰਨ ਜੀ ਮਰੇ। ਸਭ ਤੋਂ ਵੱਡਾ ਨੁਕਸਾਨ ਤਾਂ ਸਾਡਾ ਹੋਇਆ ਹੈ। ਰਿਸ਼ਤੇਦਾਰ ਮੁੱਕ ਗਏ, ਨਾਲੇ ਪਿਓ ਆਪਦਾ ਟੱਬਰ ਮੁੱਕ ਗਿਆ। ਚਲ ਮੈਂ ਤਾਂ ਕਹਿੰਦੀ ਜਵਾਕ ਹੀ ਬਚੇ ਹੁੰਦੇ, ਜਿਵੇਂ ਅਸੀਂ ਹੁਣ ਤਿੰਨੇ ਮਾਵਾਂ ਧੀਆਂ ਵਕਤ ਵੇਲਾ ਕੱਟਦੇ ਹਾਂ, ਉਹਨਾਂ ਨਾਲ ਵੀ ਕੱਟਿਆ ਜਾਂਦਾ ਵੀ ਪੁੱਤ ਨਾਲ ਘਰ ਬਸਦਾ। ਹੁਣ ਸੋਚੀ ਜਾਂਦੀ ਵੀ ਆ ਬੁਢੇਪਾ ਆਉਂਦਾ ਜਾਂਦਾ ਕੀ ਬਣੂਗਾ। ਲੱਖ ਧੀਆਂ ਹੈਗੀਆਂ ਨੇ, 2 ਪੁੱਤਾਂ ਨਾਲ ਤਾਂ ਘਰ ਬਸਦੇ ਆ। ਤੁਹਾਡੇ ਹੁਣ ਕਿੰਨੇ ਬੱਚੇ ਨੇ? 2 ਹੀ ਕੁੜੀਆਂ ਨੇ, ਵੱਡੀ ਤੇ ਛੋਟੀ। ਉਹ ਤੁਹਾਡੇ ਨਾਲ ਉਦੋਂ ਹੈਗੇ ਸੀ ਉੱਥੇ? ਛੋਟੀ ਸੀ ਗੋਦੀ, ਤੁਹਾਨੂੰ ਦੱਸਿਆ 2.5 ਸਾਲ ਦੀ। ਵੱਡੀ ਨੂੰ 15 ਸਾਲਾਂ ਦੀ ਸੀ, ਚਾਚੀ ਸੀ ਸਾਡੇ ਘਰਦਿਆਂ ਦੀ, ਉਹਦੇ ਕੋਲ ਛੱਡ ਗਏ ਸੀ। ਤੂੰ ਰੱਖ ਸੀ, ਕੱਲ੍ਹ ਨੂੰ ਮੁੜਿਆ। ਮੈਂ ਕੱਲ੍ਹ ਤਾਂ ਮੁੜ ਕੇ ਆਈ ਨਹੀਂ, ਵੀ ਸੀ ਤਾਂ ਤੜਕੇ ਮੁੜੀ ਆ। ਮੈਂ ਚਾਚੀ ਚਲੀ ਤੁਹਾਡੇ ਕੋਲ ਰਹੂਗੀ, ਮੈਂ ਸੱਸੀ ਘਰੇ ਵਿਚਾਰ ਮੈਂ ਸੂਹ ਸਾਂਭ ਲੂਗੀ। ਅਤੇ ਉਹ ਜਿਹੜੀ ਦੂਜੀ ਆ ਛੋਟੀ, ਉਹ 2.5 ਸਾਲ ਦੀ ਸੀ। ਹੁਣ ਕੋਈ ਪਤਾ ਨਹੀਂ ਪਿਓ ਭਾਈ ਦਾ, ਭੈਣਾਂ ਦਾ, ਕਿਸੇ ਦਾ ਨਹੀਂ ਪਤਾ। ਉੱਥੇ ਆਖਦੇ ਵੀ ਮੇਰੇ ਕਿਹੋ ਜਿਹਾ ਭਾਈ ਸੀ, ਕਿਹੋ ਜਿਹਾ ਮੇਰਾ ਪਿਓ ਸੀ, ਵੀ ਹੁਣ ਇਹੋ ਜਿਹੀ ਸੀ ਜਿਵੇਂ ਫੋਟੋ 'ਤੇ ਆ। ਉਹ ਕੁੜੀਆਂ ਦੀ ਫੋਟੋ ਦਾ ਰਿਵਾਜ਼ ਨਹੀਂ ਸੀਗੇ। ਇਹ ਵੀ ਸਕੂਲ ਸਕਾਲ 'ਚੋਂ 3 ਵਾਰੀ ਲਾਹਾ ਲਾ ਕੇ ਫੇਰ ਲਾਹੀ ਮੁੰਡੇ ਦੀ, ਜਿਹਨੂੰ ਜਦੀ ਜਿਉਣੀਆਂ ਦੇਖਦੀਆਂ ਵੀ ਇਹੋ ਜਿਹਾ ਸੀਗਾ। ਫਿਰ ਤੁਸੀਂ ਉੱਥੋਂ ਇੱਕ ਟੈਂਕਰ ਦੇ ਵਿੱਚ ਬੈਠਦੇ ਹੋ ਹੈ ਨਾ, ਤੁਹਾਨੂੰ ਉੱਥੋਂ ਫੌਜੀ ਬਿਠਾਉਂਦੀ ਹੋਣੀ ਆ, ਤਾਂ ਫਿਰ ਤੁਸੀਂ ਕਿੱਥੇ ਜਾਂਦੇ ਹੋ ਉੱਥੋਂ? ਕੀ ਪਤਾ, ਹੁਣ ਪਤਾ ਹੀ ਨਹੀਂ ਵੀ ਕਿਹੜਾ ਸ਼ਹਿਰ ਸੀ ਕਿਹੜਾ ਨਾ ਸੀ। ਮੈਂ ਤਾਂ ਬਨਾਲਾ ਵੀ ਨਹੀਂ ਸੀ ਮਿਲਿਆ ਕਿਤੇ ਦੇਖਿਆ। ਫਿਰ ਐ ਮੈਨੂੰ ਸ਼ਹਿਰਾਂ ਦਾ ਕੀ ਪਤਾ ਲੱਗੇ। ਮੈਂ ਬਨਾਲਾ ਨਹੀਂ ਸੀ ਕਦੇ ਦੇਖਿਆ। ਮੈਂ ਤਾਂ ਕਈ ਸਾਲ ਇੱਥੇ ਗਵਾਂਢਣਾਂ ਨਾਲ ਲੈ ਕੇ ਜਾਂਦੀ, ਫਿਰ ਜਦੋਂ ਸੌਦਾ ਪਤਾ ਇਹਨਾਂ ਨੂੰ ਵੀ ਮੇਰੇ ਨਾਲ ਚੱਲੋ, ਮੈਂ ਫਿਰ ਲਿਆਉਂਗੀ। ਹੁਣ ਜਿਹੜਾ ਬੰਦਾ ਜਾਂਦਾ ਉਹਨੂੰ ਪਤਾ ਹੁੰਦਾ ਹੈ ਨਾ, ਜਾਂ ਉੱਥੇ ਗਈ ਹੋਵਾਂ ਫਿਰ ਪਤਾ ਹੋਵੇ। ਕਦੇ ਗਈ ਨਹੀਂ, ਜਿਵੇਂ ਤੈਨੂੰ ਪਹਿਲਾਂ ਤਾਂ ਮਿਲਿਆ, ਮੈਂ ਗਈ ਨਹੀਂ ਸੀ ਕਦੇ। ਤੁਸੀਂ ਪਹਿਲੀ ਵਾਰ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ ਸੀ ਹੈ ਨਾ, ਅਤੇ ਹੁਣ ਕਦੇ ਉਸ ਤੋਂ ਬਾਅਦ ਗਏ ਹੋ ਕਦੇ ਕਿ ਨਹੀਂ? ਮੈਂ ਨਾਮ ਨਹੀਂ ਲੈਂਦੀ ਬਾਹਲੀ ਗੱਲ ਕਿ ਹੁਣ ਆ ਕਾਗਜ਼ ਜਿਹੇ ਬਣਾਉਣ ਨੂੰ ਆਦੀ ਸੀ ਜੱਗੇ ਹੁਣ ਵੀ। ਮੈਂ ਕਿਹਾ ਤੁਹਾਨੂੰ ਪੈਸੇ ਦੇ ਦੂੰ, ਭਾਈ ਮੈਂ ਜਾ ਨਹੀਂ ਸਕਦੀ। ਫਿਰ ਨਾ ਬਣੇ ਨਹੀਂ, ਮੈਂ ਇਹਨਾਂ ਨੂੰ 1400-1500 ਰੁਪਈਆ ਦਿੱਤਾ। ਤੁਸੀਂ ਉਸ ਤੋਂ ਬਾਅਦ ਕਦੇ ਦਰਬਾਰ ਸਾਹਿਬ ਨਹੀਂ ਗਏ? ਮੈਂ ਤੁਹਾਨੂੰ ਦੱਸੀ ਜਾਂਦੀ ਹਾਂ ਵੀ ਮੈਂ ਤਾਂ ਕਦੇ ਨਾਮ ਨਹੀਂ ਲਿਆ, ਵੀ ਲਿਆ ਮੇਰਾ ਜੀਅ ਨਹੀਂ ਕਰਦਾ। ਨਾਮ ਲੈਣ ਨੂੰ ਨਹੀਂ ਜੀਅ ਕਰਦਾ, ਜਾਣਾ ਤਾਂ ਕਿਤੇ ਹੋਰ ਵੀ ਨਹੀਂ ਕਿਤੇ ਜਾਂਦੀ। ਮੈਂ ਤਾਂ ਘਰੇ ਹੀ ਆਪਦੇ ਬਸ। ਇੱਕ ਵਾਰ ਹੀ ਜਾ ਕੇ ਤਰ ਗਈ, ਹੁਣ ਕਿੱਥੇ ਕੀ ਕਰਨਾ। ਕਿਤੇ ਵੀ ਨਹੀਂ ਜਾਂਦੀ, ਕਿਤੇ ਇਕੱਠਾ ਕੋਈ ਇਕੱਠਾ ਮੈਂ ਕਦੇ ਨਹੀਂ ਗਈ। ਜੀਅ ਨਹੀਂ ਕਰਦਾ ਜਾਣ ਨੂੰ। ਵੀ ਪਹਿਲਾਂ ਇੱਕ ਦਿਨ ਧਰਨੇ 'ਤੇ ਬਾਗੀ ਵਾਲੀ ਗੱਲ ਕੀ ਆ, ਉੱਥੇ ਮੇਰੀ ਵੱਡੀ ਕੁੜੀ ਕਹਿੰਦੀ ਚੱਲ ਵੀ ਜਾਣਾ ਹੀ ਚਾਹੀਦਾ। ਇੱਕ ਦਿਨ ਬਾਗੀ ਬਸ ਫਿਰ ਮਨ 'ਚ ਆਇਆ ਵੀ ਜੈ ਵੱਡੀ ਤਾਂ ਆਖਣਗੇ ਲੋਕ ਵੀ ਹਜੇ ਵੀ ਨਹੀਂ ਇੱਥੇ ਫਿਰ ਨੂੰ ਹਟਦੀ ਏ। ਆਪਦੇ ਮਨ ਨੂੰ ਇੰਨੀ ਬੇਸ਼ਰਮੀ ਆਵੇ, ਮੈਂ ਜਾ ਕੇ ਨਹੀਂ ਰਾਜੀ ਇਕੱਠ ਬੱਠ। ਉਸ ਦੁਖਾਂਤ ਨੇ ਇੰਨਾ ਵੱਡਾ ਦਰਦ ਦਿੱਤਾ ਮਾਤਾ ਨੂੰ ਕਿ ਮਾਤਾ ਜੀ ਕਹਿੰਦੇ ਉਸ ਤੋਂ ਬਾਅਦ ਮੈਂ ਕਦੇ ਦਰਬਾਰ ਸਾਹਿਬ ਮੱਥਾ ਹੀ ਨਹੀਂ ਟੇਕਿਆ। ਮੱਥਾ ਟੇਕਣਾ ਤਾਂ ਬਹੁਤ ਦੂਰ, ਮੈਂ ਕਦੇ ਸੋਚਦੀ ਵੀ ਨਹੀਂ ਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਣਾ। ਕਾਲਜਾ ਕੰਬ ਉੱਠਦਾ ਹੈ ਕਿ ਉੱਥੇ ਮੈਂ ਤਾਂ ਆਪਣਾ ਸਾਰਾ ਪਰਿਵਾਰ ਹੀ ਗਵਾ ਕੇ ਆਈ ਸੀਗੀ। ਬਾਕੀ ਉਹ ਦੁਖਾਂਤ ਹੈ। ਜੇ ਅੱਜ ਤਾਂ ਅਸੀਂ ਕਿਤਾਬਾਂ 'ਚ ਪੜ੍ਹਦੇ ਹਾਂ, ਜਦ ਆਪਣੇ ਦਾਦੇ ਦਾਦੀਆਂ ਤੋਂ ਸੁਣਦੇ ਹਾਂ, ਪਰ ਜਿਨ੍ਹਾਂ ਨੇ ਆਪਣੇ ਇਹ ਤਨ 'ਤੇ ਪੀੜ ਹੰਢਾਈ ਹੈ ਉਹਨਾਂ ਨੂੰ ਪੁੱਛ ਕੇ ਤਾਂ ਦੇਖੋ, ਉਹਨਾਂ ਦੇ ਨਾਲ ਕਦੇ ਦਿਲ ਫੁੱਲ ਕੇ ਤਾਂ ਦੇਖੋ ਕਿ ਕਿੰਨਾ ਦਰਦ ਸਮੋਈ ਬੈਠੇ ਨੇ ਆਪਣੇ ਸੀਨੇ ਦੇ ਵਿੱਚੋਂ। ਅੱਜ ਜੂਨ ਜਦੋਂ ਵੀ ਆਉਂਦੀ ਹੈ, ਮਹੀਨਾ ਹੀ ਇਹੋ ਜਿਹਾ ਹੈ ਕਿ ਜਿਵੇਂ ਜਿਵੇਂ ਅਸੀਂ ਪੰਨੇ ਕਿਤਾਬਾਂ ਦੇ ਫਰੋਲਦੇ ਹਾਂ, ਤਾਂ ਜਾਂ ਜਦੋਂ ਉਹ ਕਿਤਾਬਾਂ ਫਰੋਲਦੇ ਸਮੇਂ ਅਸੀਂ ਇਹਨਾਂ ਦੇ ਨਾਮ ਪੜ੍ਹਦੇ ਹਾਂ, ਤਾਂ ਜਦੋਂ ਪਰਿਵਾਰਾਂ ਨੂੰ ਮਿਲਣ ਲਈ ਪਹੁੰਚਦੇ ਆ ਨਾ, ਜੇ ਪਰਿਵਾਰਾਂ ਦਾ ਦਿਲ ਫਰੋਲੀਏ ਤਾਂ ਆਹ ਕੁਝ ਸੁਣਨ ਨੂੰ ਮਿਲਦਾ ਹੈ। ਇਸ ਮਾਤਾ ਦਾ ਕੀ ਕਸੂਰ ਸੀ ਜਦੋਂ ਉੱਥੇ ਆਪਣੇ ਪਰਿਵਾਰ ਦੇ ਨਾਲ ਕਿੰਨਾ ਚਾਅ ਸੀ, ਸਾਰੇ ਪਰਿਵਾਰ ਨੂੰ ਅਸੀਂ ਟਰੱਕ ਨਵਾਂ ਲਿਆਏ ਔਰ ਅਸੀਂ ਸਾਰਿਆਂ ਨੇ ਜਾਣਾ ਹੈ, ਮੱਥਾ ਟੇਕਾਂਗੇ, ਔਰ ਇਸ ਦੌਰਾਨ ਉਹ ਸਭ ਕੁਝ ਗਵਾ ਕੇ ਲੁਟਾ ਕੇ ਵਾਪਸ ਆ ਜਾਂਦੇ ਨੇ। ਕੀ ਕਸੂਰ ਸੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਹੱਥਿਆਂ ਲੋਕਾਂ 'ਤੇ ਗੋਲੀ ਚਲਾਈ ਗਈ, ਉਹਨਾਂ ਸ਼ਰਧਾਲੂਆਂ 'ਤੇ ਗੋਲੀ ਚਲਾਈ ਗਈ ਹੈ। ਸੋ ਮਾਤਾ ਜੀ ਕਹਿੰਦੇ ਮੈਂ ਤਾਂ ਹੁਣ ਕਦੀ ਨਾਂ ਹੀ ਨਹੀਂ ਲੈਂਦੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਣ ਦਾ। ਮਾਤਾ ਜੀ ਉਹ ਗੁਰਦੁਆਰਾ ਸਾਹਿਬ ਜਾਂਦੇ ਹੋ ਜਾਂ ਨਹੀਂ? ਗੁਰਦੁਆਰੇ ਮੈਂ ਵਗ ਜਾਂਦੀ ਸੀ, ਹੁਣ 20 ਸਾਲਾਂ ਦੀ। ਆਹ ਗੁਰਦੁਆਰੇ ਡਿੱਗੀ ਹਾਂ।
ਹਾਂ ਗੁਰਦੁਆਰੇ ਤਿਲਕ ਕੇ ਡਿੱਗ ਪਈ। ਹੁਣ ਬੈਠੀ ਹਾਂ ਮੰਜੇ ਤੇ, ਗਈ ਨਹੀਂ, ਫਿਰ ਕੀ ਕਰਾਂ। ਗੁਰਦੁਆਰੇ ਤਾਂ ਮੱਥਾ ਟੇਕ ਕੇ ਵੀ ਚੱਲ ਕੋਲੇ ਵੀ ਜਾ ਆਉਂਦੀ ਹਾਂ, ਪਰ ਉੱਥੇ ਨਹੀਂ ਜੀ ਕਰਦਾ। ਹੁਣ ਸੱਟ ਲੱਗੀ ਆ ਤੁਹਾਡੇ, ਹੁਣ ਕਿੱਥੇ ਸੱਟ ਲੱਗੀ ਆ? ਚੂੜਾ ਟੁੱਟ ਗਿਆ ਸੀ, 4 ਮਹੀਨੇ ਹੋ ਗਏ ਅੱਜ। ਤੇ ਫਿਰ ਘਰ ਦਾ ਕੰਮ ਕਾਜ ਕੌਣ ਕਰਦਾ ਤੁਹਾਡਾ ਹੁਣ? ਵਿਆਹੀ ਵੀ ਆ, ਉਦੋਂ ਦੀ ਵਿਆਹੀ ਵੀ ਆ। ਜਿਹੜੀ ਛੋਟੀ ਗੋਦੀ ਸੀ ਨਾ, ਉਹ ਵਿਆਹੀ ਵੀ ਆ ਗੁੱਡੀ, ਉਹ ਆਈ ਵੀ 4 ਮਹੀਨਿਆਂ ਦੀ। ਉਹ ਕਰਦੀ ਆ ਕੰਮ, ਹੋਰ ਕੀ ਕਰੀ। ਨਾ ਮੈਨੂੰ ਸਾਹਮਣੇ ਨਾ ਇਹ ਕੰਮ ਕਰਦੀ ਹੈ। ਹੁੰਦਾ ਤਾਂ ਮੈਥੋਂ ਅਜੇ ਵੀ ਨਹੀਂ ਕੁਛ, ਉਹ ਕਰਦੀ ਹੈ। ਹੋਰ ਕੋਈ ਨਹੀਂ, ਵੱਡੀ ਕੁੜੀ ਆ, ਉਹ ਇਕੱਲੀ ਆ, ਉਹ ਤੋਂ ਬਸ ਆਇਆ ਨਹੀਂ ਜਾਂਦਾ ਸੀ। ਉਹ ਤਾਂ ਪਤਾ ਲੈ ਜਾਂਦੀ, ਮੁੜ ਜਾਂਦੀ ਹੈ। ਇਹਦਾ ਸਰਦਾ ਸੀ ਉਸ ਦਿਨ ਇੱਥੇ। ਤੁਹਾਡੇ ਮਾਤਾ ਜਦੋਂ ਤੁਸੀਂ ਉੱਥੋਂ ਵਾਪਸ ਆਉਂਦੇ ਹੋ ਨਾ, ਫਿਰ ਤੁਹਾਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ। ਕਿਹੜੀ ਜੇਲ੍ਹ 'ਚ ਰਹਿ ਕੇ ਆਏ ਹੋ ਤੁਸੀਂ? ਲੈ ਪਤਾ ਨਹੀਂ ਕਿਹੜੀਆਂ ਜੇਲ੍ਹਾਂ ਸੀਗੀਆਂ, ਕਿਹੜੀ ਜੇਲ੍ਹ ਸੀ, ਕਿਹੜਾ ਪਿੰਡ ਸੀ, ਕੋਈ ਮੈਨੂੰ ਐਂ ਜਮਾਂ ਪਤਾ ਨਹੀਂ। ਇੱਕ ਸੰਗਰੂਰ ਦਾ ਪਤਾ ਹੈ, ਹੋਰ ਨਹੀਂ ਪਤਾ। ਫਿਰ ਉਸ ਜੇਲ੍ਹ 'ਚ ਕਿੰਨਾ ਕੁ ਸਮਾਂ ਰਹੇ ਹੋ, ਕੁਛ ਪਤਾ? ਕਿੰਨੇ ਕਿੰਨੇ ਦਿਨ ਹੀ ਰਹੇ ਆ, ਮਹੀਨਾ ਫਿਰ ਐਂ ਲੱਗਿਆ। ਤੇ ਰੋਟੀ ਪਾਣੀ ਮਿਲ ਜਾਂਦਾ ਸੀਗਾ? ਹਾਂ ਮਿਲ ਜਾਂਦਾ, ਕੋਈ ਬਿਸਕੁਟ ਦੇ ਤੇ, ਕਿਸੇ ਨੇ ਰੋਟੀ ਦੇ ਤੀ, ਬਸ ਐਂ ਟਾਈਮ ਪਾਸ ਹੋ ਜਾਂਦਾ। ਕਿਹੜੀਆਂ ਰੋਟੀਆਂ ਲੰਘਦੀਆਂ ਸੀ ਉਦੋਂ। ਫਿਰ ਤਾਂ ਨਹੀਂ ਕਿਸੇ ਨੇ ਕੁਛ ਆਖਿਆ ਜਮਾਂ ਵੀ। ਜਦੋਂ ਬਸ ਇਹ ਕੁਛ ਹੋ ਗਿਆ, ਫਿਰ ਨਹੀਂ ਜੇਲ੍ਹ 'ਚ ਨਹੀਂ ਕਿਸੇ ਨੇ ਅਲਫੋਂ ਵੀ ਅਲਫ ਆਖਿਆ। ਇਹ ਤਾਂ ਜਿਹੜੇ ਬੰਦੇ ਸੀ, ਬੁੜੀਆਂ ਸੀ, ਸਾਰੇ ਵਧੀਆ ਹੋ ਗਈਆਂ ਸੀ। ਤੇ ਉਹ 1.5 ਸਾਲ ਦੀ ਬੱਚੀ ਵੀ ਤੁਹਾਡੇ ਨਾਲ ਹੀ ਸੀ, ਗੋਦ ਵਿੱਚ ਸੀ? ਹਾਂ, ਉਹਦੇ ਵੀ 2 ਵੱਜੇ ਸੀ, ਏਡੇ ਏਡੇ ਬਰੂਦ ਜਿਹੇ ਵੱਜੇ, ਫਿਰ ਏਡੇ ਏਡੇ ਗੁੰਮੇ ਹੋ ਗਏ, ਆਈ ਆ। ਹਾਂ ਹਾਂ, ਤਾਂ ਹੁਣ ਤੇ ਇੱਥੇ ਬਣਾਣੇ ਦਾਰੂ ਦਵਾਈ ਆਣ ਕੇ ਨਿਗਰ ਨਹੀਂ, ਫਿਰ ਆਮ ਆਇਆ। 2 ਸਾਲ ਦਾ ਜਵਾਕ ਨੂੰ ਕੀ ਪਤਾ ਹੁੰਦਾ, ਤਾਂ ਨਿਆਣੀ ਸੀ, ਨਿਆਣੀ ਹੀ ਸੀ। ਹਾਂ, ਕੋਈ ਪਤਾ ਨਹੀਂ ਹੁੰਦਾ। ਫਿਰ ਉਹਨੂੰ ਜੇਲ੍ਹ 'ਚ ਨਾਲ ਰੱਖਿਆ ਸੀ? ਨਾਲ ਹੀ, ਹਾਂ ਗੋਦੀ ਮੇਰੇ ਸੀ, ਦੋ ਨਾਲ ਹੀ ਰੱਖਣੀ ਸੀ। ਫਿਰ ਇੱਥੇ ਸੰਗਰੂਰੋਂ ਇੱਕ ਦਿਨ ਪਹਿਲਾਂ ਕੱਢ ਲਿਆਂਦੀ ਸੀ, ਮੇਰੀ ਚਾਚੀ ਨੇ ਬਾਹਲੀ ਮਿਹਨਤਾਂ ਨਾਲ ਕੱਢੀ। ਮੇਰੀ ਚਾਚੀ ਬਾਹਲੀ ਚਲਾਕ ਜੀ ਸੀ, 30 ਘਰ ਦੇ ਚਾਚੀ। ਉਹ ਕੱਢ ਲਏ ਸੀ ਉੱਥੋਂ, ਲੈ ਲਏ ਪੇਪੇ ਕਰਕੇ। ਫਿਰ ਇਹ ਰੋਣੋਂ ਨਾ ਹਟੀ ਰਾਤ ਨੂੰ। ਫਿਰ ਅਸੀਂ ਤੜਕੇ ਛੱਡਿਆ ਨੂੰ, ਚੱਲ ਸਾਨੂੰ ਹੱਥ ਨੂੰ, ਫਿਰ ਘਰ ਛੱਡ ਗਏ ਘਰੇ। ਫਿਰ ਜਦੋਂ ਮੈਂ ਆ ਗਈ, ਚੱਲ ਫਿਰ ਤਾਂ ਕੀ ਨੇ ਛੱਡਣ ਜਾਣੀ ਸੀ। ਨਿਆਣੀ ਸੀ, 2 ਸਾਲ ਦਾ ਜਵਾਕ ਕੀ ਹੁੰਦਾ। ਤੇ ਉਹ ਕੱਢ ਲਈ ਸੀ ਉੱਥੋਂ। ਉਹ ਤਾਂ ਪਰੇ ਤਾਂ ਮੇਰੇ ਕੋਲ ਹੀ ਰਹੀ, ਉੱਥੇ ਵੀ ਸੰਗਰੂਰ ਵੀ ਕੋਲ ਹੀ ਰਹੀ। ਜਿਹਦੇ ਇੱਥੋਂ ਸਾਰਾ ਪਿੰਡ ਬਾੜ ਦਾ ਗਏ, ਉਦੋਂ ਫਿਰ ਮੇਰੀ ਚਾਚੀ ਨੇ ਲਿਆਂਦੀ ਮਸਾਂ ਮਿੰਨਤਾਂ ਮਾੜੀਆਂ ਕਰਕੇ ਉੱਥੋਂ। ਫਿਰ ਛੱਡ ਗਏ ਹੱਥਾਂ ਨੂੰ ਬਸ। ਜਦੋਂ ਤੁਸੀਂ ਦੱਸ ਰਹੇ ਸੀ ਕਿ ਸ਼ਾਮੀ ਜੇ ਇੱਥੋਂ ਤੁਰਦੇ ਹੋ ਸਾਰੇ ਜਾਣੇ ਦਰਬਾਰ ਸਾਹਿਬ ਦੇ ਲਈ, ਉੱਥੇ ਪਹੁੰਚ ਜਾਂਦੇ ਹੋ, ਮੱਥਾ ਟੇਕ ਲਿਆ ਸੀ ਅੰਦਰ ਕਿ ਨਹੀਂ ਟੇਕਿਆ? ਟੇਕ ਲਿਆ ਸੀਗਾ ਮੈਨੂੰ ਲੱਗਦਾ, ਰੋਟੀ ਪਾਣੀ ਵੀ ਖਾ ਲਿਆ ਸੀ। ਫਿਰ ਚੱਲਣ ਲੱਗੀ ਆ ਗੋਲੀ, ਫਿਰ ਨਹੀਂ ਬੰਦ ਹੋਈ। ਫਿਰ ਜਦੋਂ ਗੋਲੀ ਚੱਲਣੀ ਸ਼ੁਰੂ ਹੋਈ ਸੀ, ਕਿੰਨੇ ਕੁ ਦਿਨ ਤੁਸੀਂ ਉੱਥੇ ਅੰਦਰ ਰਹੇ ਹੋ? ਅਸੀਂ ਚੌਥੇ ਦਿਨ ਮਾਰੇ ਨੇ। ਚੌਥੇ ਦਿਨ ਮਾਰੇ। 4 ਦਿਨ ਤੱਕ ਤੁਸੀਂ ਉੱਥੇ ਅੰਦਰ ਹੀ ਰਹੇ ਹੋ? ਖੇਤ ਆਏ, ਪਾਣੀ ਤੋਂ ਧਿਆਏ, ਬੁਰੇ ਹਾਲ ਬੈਂਕੇ ਦਿਹਾੜੇ। ਚੁੰਨੀਆਂ ਨਾਲ ਪੁਣ ਮੇਰੀਆਂ ਨਣਦਾਂ ਨੇ ਪਾਣੀ ਮੂੰਹ ਗਿੱਲੇ ਕਰੇ, ਪਸੀਨੇ ਨਾਲ। ਹਾਂ ਜਮਾ ਖੂਨ ਲੋਕਾਂ ਦਾ। ਚੁੰਨੀਆਂ ਨਾਲ ਪੁਣ ਮਲ ਮਲ ਦੀਆਂ ਚੁੰਨੀਆਂ ਸੀ, ਨਾਲ ਮੇਰੀਆਂ ਨਣਦਾਂ ਸੀ 2। ਤੇ ਉਹ ਨਾ ਆਪਦਾ ਮੂੰਹ ਗਿੱਲਾ ਕਰਦੇ, ਨਾ ਮੇਰਾ ਕਰਦੀਆਂ। ਆਪ ਚਿੱਟੇ ਪਾਣੀ ਤਾਂ ਉੱਥੇ ਤਰਸ ਗਏ ਸੀ ਵੀ ਕਿਹੋ ਜਿਹਾ ਹੁੰਦਾ। ਖੂਨ ਹੀ ਸਾਰੇ ਪਾਸੇ ਸੀ? ਖੂਨ ਹੀ ਖੂਨ। ਜਦੋਂ ਗੋਲੀਆਂ ਗਾਲੀਆਂ ਮਾਰੀਆਂ, ਕਿਸੇ ਦੇ ਸੱਟਾਂ ਵੱਜੀਆਂ, ਖੂਨ ਤਾਂ ਨਿਕਲਣਾ ਹੀ ਸੀ। ਅੱਜ ਜੱਗੇ ਦੇ ਵੀ ਬਹੁਤ ਨਿਕਲਿਆ ਸੀ, ਇਹਦੇ ਖੂਨ ਗੋਲੀ ਵੱਜੀ ਸੀ ਜੱਗੇ ਦੇ ਵੀ। ਤੁਹਾਡੇ ਸੱਟ ਨਹੀਂ ਲੱਗੀ ਸੀ? ਮੇਰੇ ਕੋਈ ਵੱਜੀ ਨਹੀਂ, ਕੁੜੀ ਦੇ ਜ਼ਰੂਰ ਆ, ਛੋਟੀ ਦੇ ਬਰੂਦ ਜੇ ਪੈ ਗਈ ਸੀ। ਉਹ ਵੱਡੇ ਵੱਡੇ ਗੁੰਮੇ ਜਿਹੇ ਹੋ ਗਏ, ਫਿਰ ਇੱਥੇ ਬਣਾ ਇਲਾਜ ਕਰਾ ਲਿਆ ਸੀ। ਮੇਰੇ ਨਹੀਂ ਕੁਛ ਵੱਜਿਆ। ਮੈਂ ਤਾਂ ਚੰਗੀ ਭਲੀ ਆ ਗਈ ਵੀਰਾ, 4 ਜਣੇ ਨੂੰ ਛੱਡ ਕੇ ਨੇ ਰਿਸ਼ਤੇਦਾਰਾਂ ਨੂੰ। ਹੁਣ ਪਿਓ ਦਾ ਵੀ ਦੁੱਖ ਆ, ਭਾਈ ਦਾ ਵੀ ਦੁੱਖ ਆ, ਜਿਹੜਾ 4 ਜਵਾਕ ਛੱਡ ਕੇ ਮੁੱਕ ਗਿਆ ਸੀ। ਤੁਹਾਡੇ ਭਰਾ ਦੇ 4 ਬੱਚੇ ਸੀਗੇ? ਬੱਚੇ 3 ਗੁੱਡੀਆਂ, ਇੱਕ ਕਾਕਾ। ਫਿਰ ਉਹ ਕੀ ਕਰਾਂ, ਮੈਥੋਂ ਮਰਿਆ ਨਹੀਂ ਗਿਆ, ਮਰਿਆ ਨੂੰ ਭੈੜੀਆਂ। ਤੂੰ ਕਿਸੇ ਵੇਲੇ ਚੱਤੋਂ ਪੈਰ ਉਹਨਾਂ ਦੀ ਭੁੱਲ ਨਹੀਂ ਲੱਗਦੀ, ਇਕੱਲੀ ਬੈਠੀ ਤਾਂ ਬਾਹਰ ਹੀ ਹੁੰਦਾ। ਜਦੋਂ ਕੋਲੇ ਕੁੜੀਆਂ ਹੁੰਦੀਆਂ ਉਦੋਂ ਘੱਟ ਹੋ ਜਾਂਦਾ। ਆਹ ਟੈਕਸਨਾਂ ਨਹੀਂ ਡਿੱਗੀਆਂ। ਇਹ ਚੱਤੋਂ ਪੈਰ ਦੀ ਟੈਕਸਨਾਂ ਰਹਿੰਦੀ, ਉਹ ਬੰਦੇ ਨੂੰ ਛੱਡਦੀ ਨਹੀਂ। ਕਾਹਤੋਂ ਤੁਸੀਂ ਫਿਕਰ ਕਰਦੇ ਰਹਿੰਦੇ ਹੋ? ਜਿਹੜੀ ਤੁਹਾਡੀ ਜ਼ਿੰਦਗੀ, ਇਹਨੂੰ ਤਾਂ ਉਹਨੂੰ ਭੁਲਾ ਦਿਓ ਉਸ ਵੇਲੇ ਨੂੰ। ਭੁੱਲਦੇ ਨਹੀਂ ਬਿਲੇ ਕਿਸੇ ਵੇਲੇ। ਪਈ ਦੇ ਵੀ ਯਾਦ ਆਉਂਦੇ, ਰਾਤ ਨੂੰ ਦਿਨੇ ਵੀ ਫਿਰਦੀ ਦੇ ਯਾਦ ਆਉਂਦੇ ਆ। ਜਿਹੜਾ ਉਹ ਕੰਮ ਉਹਨਾਂ ਨੇ ਕਰਨਾ, ਆਪ ਕਰਨਾ, ਪਹਿਲਾਂ ਸੰਸਾ ਹੁੰਦਾ ਵੀ ਉਹ ਕੰਮ ਮੈਂ ਕਿਵੇਂ ਕਰੂੰ ਹੁਣ।
ਬੰਦਿਆਂ ਨੇ ਕੰਮ ਕਿਤੋਂ ਕਰੇ, ਮੈਂ ਕਿਤੇ ਬਨਾਲੇ ਨਾ ਗਈ, ਕਿਤੇ 2 ਪੈਸੇ ਨੂਣ ਨਾ ਲਿਆਈ, ਮੈਨੂੰ ਮੇਰੇ ਗਲ ਵੱਡਾ ਕੰਮ ਪੈ ਗਿਆ। ਮੇਰੀ ਵੱਡੀ ਕੁੜੀ ਤੇ ਮੈਂ ਤਾਣੇ, ਉਹ ਮੇਰੀ ਵੱਡੀ ਕੁੜੀ ਤਾਣੇ ਬੁਣਦੀ ਨੇ, ਹਰਾ ਵੱਢ ਕੇ ਲਿਆਉਂਦੀਆਂ, ਇਹ ਆਣ ਕੇ ਭਰੀ ਸਿੱਟ ਕੇ ਫਿਰ ਰੋਂਦੀ ਬੁਲਾਈ ਬਈ ਕਿਤੇ ਤਾਂ ਅਸੀਂ ਰੋਗੂ ਨਹੀਂ ਸੀ ਲਾਏ, ਵੀ ਹੁਣ ਸਾਨੂੰ ਆਹ ਵਿਪਤਾ ਕਰਨੀ ਪੈਂਦੀ ਹੈ। ਫਿਰ ਜੇ ਅਸੀਂ ਕਰਦੀਆਂ ਦੀ ਫਿਰ ਅਸੀਂ ਉਹਦਾ ਬੇੜਾ ਪੂਰਾ ਕਿਵੇਂ ਕਰਦੀਆਂ। ਮੱਝ ਰੱਖਦੀਆਂ ਸੀ, ਕਦੇ 2 ਵੀ ਹੋ ਜਾਂਦੀਆਂ ਸੀ। ਹੁਣ 2 ਸਾਲ ਹੋ ਗਏ ਵੇਚਦੀ, ਫਿਰ ਵੀ ਚਲ ਸਾਂਭਦੀ ਨਹੀਂ। ਤੁਸੀਂ ਉਦੋਂ 3 ਕਿੱਲੇ ਜ਼ਮੀਨ ਵੇਚੀ ਸੀ ਆਪਣੀ ਟਰੱਕ ਲੈਣ ਲਈ? ਹਾਂ 3 ਕਿੱਲੇ ਵੇਚੇ ਸੀ। ਵੇਚ ਕੇ ਬਸ ਅਸੀਂ 3 ਜਣਿਆਂ ਨੇ ਇਹ ਲੈ ਲਿਆ। ਸਾਡਾ ਇਕੱਲਿਆਂ ਦਾ ਅੱਧ ਸੀ, ਜੱਗੇ ਦਾ ਤੇ ਇੱਕ ਹੋਰ ਦਾ ਦੋਨਾਂ ਦਾ ਅੱਧ ਸੀ। ਹੁਣ ਤੁਹਾਡੀ ਜ਼ਮੀਨ ਹੈਗੀ ਆ? ਜ਼ਮੀਨ ਸਾਡੇ ਕੋਲ ਹੈਗੇ 2 ਕਿੱਲੇ ਬਣਦੇ। ਝੂਠ ਮਾਰਨ ਦੀ ਕੀ ਲੋੜ ਆ ਨਾ। ਉਹ ਵੀ ਗੱਡੀ ਫਿਰ ਜਦੋਂ ਉੱਥੋਂ ਕਣਕ ਸੀ ਕੱਢਤਾ, ਸਾਰਾ ਸਮਾਨ ਕੱਢ ਲਿਆ ਉਹਨਾਂ ਨੇ। ਫਿਰ ਮੇਰੇ ਦਿਓਰ ਨੇ ਉਹ ਗੱਡੀ ਉੱਥੋਂ ਕਢਾ ਲੈਂਦੀ, ਫਿਰ ਉਹ ਵੇਚ ਵੂਚ ਕੇ ਅਸੀਂ ਆਪਦਾ ਉੱਥੋਂ ਮੱਥੋਂ ਕਰਕੇ ਫਿਰ ਅਸੀਂ 2 ਕਿੱਲੇ ਬਣਦੇ ਲੈ ਲਏ ਸੀ। ਉਦੋਂ ਪਾ ਸਕਦੇ ਸੀ, ਮਿਲ ਗਏ, ਹੁਣ ਤਾਂ ਕਿੱਥੋਂ ਲੈ ਲੈਂਦੀ। ਜੇ ਲੈ ਲਿਓ ਹੁਣ ਅਸੀਂ ਟਾਈਮ ਪਾਸ ਕਰ ਲੈਂਦੇ, ਜਿਹੋ ਜਿਹਾ ਵੀ ਹੁੰਦਾ, ਮਾੜਾ ਚੰਗਾ। ਜਿਹੜਾ ਸਾਡਾ ਘਰ ਦਾ ਵਾਹਣ ਸੀ 2.25 ਕਿੱਲੇ, ਉਹ ਮੇਰੇ ਦਿਓਰਾਂ ਜੇਠਾਂ ਨੇ ਮੈਥੋਂ ਖੋਹ ਲਿਆ। 1 ਕਿੱਲਾ 1 ਕਨਾਲ। ਫਿਰ ਦੂਜਾ ਵਾਹਣ ਜਿਹੜਾ ਦਿੱਤਾ 5 ਕਨਾਲ ਇੱਕ ਥਾਂ ਦੇ ਦਿੱਤੀਆਂ ਤੇ 2 ਕਨਾਲ ਇੱਕ ਥਾਂ ਦੇ ਦਿੱਤੀਆਂ। ਉਹਨਾਂ ਨੇ ਕਿਉਂ ਖੋਹ ਲਿਆ? ਖੋਹ ਲਿਆ ਉਹਨਾਂ ਦੇ, ਅਸੀਂ ਵਾਧਾ ਘਾਟਾ ਲਾ ਕੇ ਦਿੱਤੀ ਹੋਈ ਸੀ। ਜਿਹੜੇ ਵੇਚੇ ਸੀ ਉਹ ਮਾੜੇ ਸੀ, ਜਿਹੜੇ ਸਾਡੇ ਕੋਲੇ ਸੀ 2.25 ਕਿੱਲੇ ਇਹ ਵਧੀਆ ਸੀ ਵਾਹਣ ਦਿੱਤੇ ਸੀ। ਉਹ ਹੁਣ ਖੋਹ ਲਿਆ ਇਹਨਾਂ ਨੇ ਮੈਥੋਂ 4 ਜਣਿਆਂ ਨੇ ਖੋ ਕੇ। ਚੱਲ ਹੁਣ ਅਸੀਂ 2 ਕਨਾਲਾਂ ਫਿਰ ਸਾਨੂੰ ਅੱਡ ਦੇ ਦਿੱਤੀਆਂ, ਹੋਰ ਥਾਂ ਵਾਹਣ ਸੀ ਸਾਡਾ, ਉੱਥੇ ਦੇ ਦਿੱਤੀਆਂ ਵੀ ਚੱਲ ਕਿੱਥੇ ਇਸੇ ਠੇਕੇ ਦੇ ਕੁੜੀ ਇਹਦੀ ਵੇਚ ਕੇ ਘਰ ਪਾ ਲਾ। ਫਿਰ ਅਸੀਂ ਉਹ ਵੇਚ ਕੇ 2 ਕਨਾਲਾਂ 80 ਲੱਖ ਦੀਆਂ ਜਿੰਨਾ ਘਰ ਪੈ ਗਿਆ ਉਹਨੇ ਪਾ ਲਿਆ। ਅੱਛਾ, ਇਹ ਤੁਸੀਂ ਜਿਹੜਾ ਘਰ ਖੜਾ ਕੀਤਾ ਜ਼ਮੀਨ ਵੇਚ ਕੇ ਪਾਇਆ? ਜ਼ਮੀਨ ਵੇਚ ਕੇ ਪਾਇਆ। ਮੈਨੂੰ ਦੋਨਾਂ ਕੁੜੀਆਂ ਸੌਂ ਟਾਕੀ ਮੂਰੀ ਫਿਰ ਅੰਦਰ ਸਤੀਰੀਆਂ ਸੀ ਜਿਹੜੀਆਂ, ਉਹਨਾਂ ਦੇ ਚਰਿਆ ਕੇ ਤਾਂ ਟਾਕੀ ਮੂਰੀਆਂ ਲਾ ਲਈਆਂ। ਹੁਣ ਉੱਥੇ ਹੀ ਖੜਾ, ਫਿਰ ਹੁਣ ਜਦੋਂ ਕੁਛ ਹੁੰਦਾ ਹੀ ਨਹੀਂ। ਮਾਤਾ ਜੀ ਕੋਈ ਆਇਆ ਨਹੀਂ ਇੱਥੇ? ਕੋਈ ਲੀਡਰ ਨਹੀਂ ਆਇਆ ਪਤਾ ਲੈਣ? ਜਾਂਦੇ ਨੇ, ਕੋਈ ਸਾਡੇ ਘਰੇ ਲੀਡਰ ਨਹੀਂ ਆਇਆ, ਕੋਈ ਸਾਡੀ ਮਦਦ ਨਹੀਂ ਕਰੀ ਕਿਸੇ ਨੇ। ਬਸ ਆ ਜ਼ਰੂਰ ਇਹਨਾਂ ਦਿਨਾਂ 'ਚ ਉਹਦੀ ਆਤਮਾ ਦੁਖੀ ਵੱਧ ਹੋ ਜਾਣਾ ਸਵਾਰੀ ਐਂ ਆ ਕੇ ਮੁੜ ਜਾਂਦੀਆਂ। ਤਾਂ ਹੀ ਤਾਂ ਲੋਕ ਕਹਿੰਦੇ ਵੀ ਇਹਨੂੰ ਕੀ ਦੇ ਗਏ, ਕਹਿੰਦੇ ਨੇ। ਫਿਰ ਮੈਂ ਆਖਦੀ ਵੀ ਮੇਰੇ ਵਰਗੇ ਤੁਸੀਂ ਹੋ ਜਾਓ। ਆਖਣਾ ਹੀ ਅਗਲਾ ਤਪਾਉਂਦਾ। ਐਂ ਆਉਂਦੇ ਆ ਹੁਣ ਤੀਜੀ ਵਾਰ ਤਾਂ ਤੁਸੀਂ ਆਏ ਹੋ ਅੱਜ। ਕੱਲ੍ਹ ਇਹਦੇ ਸੀ ਬਠਿੰਡਿਆਂ 2 ਜਾਣੇ ਸੀ, ਪਰਸੋਂ ਚੌਥੇ ਆਏ ਸੀ। ਹਜੇ ਨਹੀਂ ਪਤਾ 2-4 ਵਾਰੀ ਹੋਰ ਵੀ ਆਉਂਦੇ ਨੇ ਹਰ ਵਾਰ। 4 ਹੀ ਘਰੀ ਮਦਦ ਨਹੀਂ ਕਿਸੇ ਨੇ ਕਰੀ। ਸਰਕਾਰ ਨਾਲ ਕੋਈ ਰੋਸ ਹੈਗਾ? ਨਾ, ਸਰਕਾਰ ਨਾਲ ਕੀ ਰੋਸ ਹੋਣਾ। ਹੁਣ ਸਰਕਾਰ ਦੇ ਕਿਹੜਾ ਕੁਛ ਵੱਜਦਾ ਜਾ ਕੇ। ਕੀ ਮੈਂ ਕੁਛ ਕਰਨ ਜੋਗਰੀ ਨਹੀਂ, ਕੋਈ ਹੋਰ ਨਹੀਂ, ਜਦੋਂ ਘਰੇ ਕੋਈ ਹੈ ਹੀ ਨਹੀਂ, ਕਰੇ ਕੀ। ਬੁੜੀਆਂ ਤੋਂ ਨਾ ਕੁਛ ਵੀਰਾ ਬਣਦਾ ਹੈ। ਬੁੜੀਆਂ ਤਾਂ ਘਰੇ ਕੰਮ ਕਰਨ ਵਾਲੀਆਂ ਨੇ, ਬਾਹਲਾ ਕਰ ਲੇ ਕੋਈ ਥੋੜਾ ਕਰ ਲੇ। ਜੋ ਘਰੇ ਤੋਂ ਡੰਡੀ ਇੰਨਾ ਨਹੀਂ ਜਾਣ ਵਾਲਾ, ਫਿਰ ਗੱਲ ਵੀ ਕੋਈ ਕਿੱਥੋਂ ਕਰੀਏ, ਕੋਈ ਕਰੀਏ ਉਹਦੀ। ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ 12 ਕੁ ਸਾਲ ਦਾ ਤੁਹਾਡਾ ਬੇਟਾ ਸੀ, 2 ਬੇਟੀਆਂ ਦੀ ਮੌਤ ਹੁੰਦੀ ਹੈ, ਤੁਹਾਡੇ ਪਤੀ ਦੀ ਮੌਤ ਹੁੰਦੀ ਹੈ, ਤੁਹਾਡੇ ਭਰਾ ਦੀ, ਤੁਹਾਡੇ ਪਿਤਾ ਦੀ ਵੀ ਮੌਤ ਹੁੰਦੀ ਹੈ, ਤੁਹਾਡੇ ਨਨਾਣਾ ਵੀ ਵਿੱਚ ਸੀਗੀਆਂ, 2 ਨਨਾਣਾ ਵਿੱਚ ਸੀਗੇ। ਟੋਟਲ ਕਿੰਨਾ ਪਰਿਵਾਰ ਦੀ ਮੌਤ ਹੁੰਦੀ ਹੈ? 8 ਜਣਿਆਂ ਦੀ। 8 ਜਣੇ ਤੁਸੀਂ ਖੋ ਕੇ ਆਉਂਦੇ ਹੋ, ਅਤੇ ਉਹ ਜਦੋਂ ਫਿਰ ਉਹ ਤਾਂ ਚਲੋ ਵੇਲੇ ਤੁਹਾਨੂੰ ਭੁੱਲਦਾ ਹੀ ਨਹੀਂ ਆ, ਪਰ ਕਦੀ ਇੱਥੇ ਘਰ ਆ ਕੇ ਜਦੋਂ ਤੁਸੀਂ ਵਿਹੜੇ 'ਚ ਬੈਠਦੇ ਹੋ, ਮੰਜਾ ਡਾਉਂਦੇ ਹੋ, ਕਦੀ ਬੇਟੇ ਦੀਆਂ ਜਾਂ ਪਤੀ ਦੀਆਂ ਯਾਦਾਂ ਆਉਂਦੀਆਂ ਨੇ? ਹੋਰ ਸਾਰਾ ਦਿਨ ਹੀ ਆਉਂਦੀਆਂ ਨੇ ਬਿੱਲੇ। ਉਦੋਂ ਕੀ ਆਉਂਦੀ, ਸਾਰਾ ਦਿਨ ਹੀ ਆਉਂਦੀਆਂ ਨੇ। ਭੁੱਲ ਤਾਂ ਕਿਸੇ ਵੇਲੇ ਲੱਗਦੀ ਹੋਈ ਮਨ ਨੂੰ ਵੀ ਚੱਲ ਪਾਸੇ ਹੋ ਜਾਣ। ਆਪਣਾ ਰਿਸ਼ਤੇਦਾਰ ਵੀ ਨਹੀਂ ਕੋਈ ਹੁੰਦਾ, ਉਹ ਵੀ ਹੁੰਦਾ, ਆਪਾਂ ਉਹਨੂੰ ਵੀ ਯਾਦ ਕਰਦੇ ਹਾਂ। ਮੇਰੇ ਖੁਦ 4 ਜਣੇ ਘਰ ਦੇ, ਇੱਕ ਦਿਨ ਇੱਕ ਮੁੱਕ ਜੇ, ਇੱਕ ਤੋਂ ਹੀ ਬੰਦੇ ਦੀ ਉਸ ਪੱਲ ਜਾਂਦੀ ਹੈ। ਮੈਂ ਤਾਂ 4 ਮੁਕਾ ਕੇ, ਰਿਸ਼ਤੇਦਾਰ 4 ਮੁੱਕ ਗਏ, 4 ਆਪਦੇ ਮੁੱਕ ਗਏ। ਮੇਰੇ ਵਰਗਾ ਕੌਣ ਕੱਢਦਾ, ਜਿਹੜੀ ਮੈਂ ਪੱਥਰੋਂ ਕੱਢੀ ਹੋਈ ਦਿਨ ਕੱਢਦੀ ਹਾਂ। ਫਿਰ ਮੈਥੋਂ ਮਰਿਆ ਨਹੀਂ ਗਿਆ, ਹੁਣ ਕਰਾਂ ਵੀ ਕੀ। ਨਹੀਂ ਮਾਤਾ ਜੀ, ਤੁਸੀਂ ਤਾਂ ਬਹਾਦਰ ਹੋ, ਫਿਰ ਵੀ ਇੰਨਾ ਕੁਛ ਗਵਾ ਕੇ ਵੀ ਤੁਸੀਂ ਫਿਰ ਬਣਾਇਆ ਸਾਰਾ ਕੁਝ। 6 ਮਹੀਨੇ ਅਸੀਂ ਬੈਠੇ ਰਹੀ, ਮੈਂ ਤੇ ਵੱਡੀ ਕੁੜੀ ਬਥੇਰਾ ਰੋਜ਼ ਨਿਕਲਦੀਆਂ ਖੜਾ ਲੈਂਦੀਆਂ। ਸਾਡੇ ਇੱਕ ਬੁੜੀ, ਉਹਦੇ ਵੀ ਨਹੀਂ ਸੀ, ਮੁੰਡਾ ਮਰ ਗਿਆ ਸੀ
ਪਹਿਲਾਂ ਖਾਸਾ ਛੋਟਾ ਜਿਹਾ ਹੋ ਕੇ। ਫਿਰ ਉਹ ਸਾਨੂੰ ਆ ਕੇ ਕਹਿੰਦੀ ਪੁੱਤ ਤੁਸੀਂ ਕੰਮ ਕਰਿਆ ਕਰੋ, ਤੁਹਾਨੂੰ ਬੈਠੀ ਨੂੰ ਕਿਸੇ ਨੇ ਖਾਣ ਨੂੰ ਨਹੀਂ ਦੇਣਾ। ਫਿਰ ਉਹ ਦਿਨ ਤੋਂ ਬਾਅਦ ਅਸੀਂ ਫਿਰ ਮੇਰੀ ਵੱਡੀ ਕੁੜੀ ਅਤੇ ਮੈਂ ਫਿਰ ਅਸੀਂ ਖੱਪਾ ਰੱਖਿਆ ਹੋਇਆ, ਫਿਰ ਅਸੀਂ ਕੰਮ ਕਰਦੀਆਂ, ਫਿਰ ਵੇਲਾ ਪੂਰਾ ਆਪਦਾ ਕਰ ਲੈਂਦੀਆਂ। ਤੇ ਹੁਣ ਤੁਹਾਡਾ ਜਿਹੜਾ ਘਰ ਦਾ ਗੁਜ਼ਾਰਾ ਚੱਲਦਾ ਹੈ ਤੁਹਾਡਾ ਦੁੱਧ ਤੋਂ, ਦੁੱਧ ਵਿੱਚ ਨਾ ਤਾਂ ਲੈਂਦੇ ਹਾਂ ਹੁਣ ਕੁੱਲੋ ਕੁੱਲ ਚੀਜ਼ ਮੁੱਲ, ਦੁੱਧ ਵੀ, ਸੌਦਾ ਵੀ, ਹੋਰ ਵੀ, ਕਣਕ ਵੀ, ਸਾਰਾ ਕੁਝ ਮੁੱਲ ਲੈਂਦੇ ਹਾਂ। ਜਿਹੜੀ ਜ਼ਮੀਨ ਠੇਕੇ ਦਿੱਤੀ ਹੋਈ ਹੈ? ਠੇਕੇ 'ਤੇ ਬਸ ਉਹ ਠੇਕਾ ਜਦੋਂ ਆ ਜਾਂਦਾ 50-60 ਹਜ਼ਾਰ ਰੁਪਈਆ, ਉਹ ਵੀ ਜੋ ਲੈਂਦੇ ਹਾਂ। ਬਸ ਉਦੋਂ ਬਸ ਠੇਕੇ ਤੇ ਹੀ ਘਰ ਦਾ ਗੁਜ਼ਾਰਾ ਚੱਲਦਾ? ਉਹਦਾ ਸਰਫੇ ਸੱਪੇ ਨਾ ਜੇ ਲੋੜ ਪੈਂਦੀ ਕਿਸੇ ਤੋਂ ਫੜ ਲੈਂਦੇ ਹਾਂ, ਫਿਰ ਉਹ ਠੇਕਾ ਤੋਂ ਫਿਰ ਮੋੜ ਦਿੰਦੇ ਹਾਂ ਅਗਲੇ ਦਾ। ਅੱਛਾ, ਐਂ ਕਰ ਲੈਂਦੇ ਹਾਂ। ਤੇ ਹੁਣ ਤੁਹਾਡੀ ਸਕੀ ਬੇਟੀ ਇੱਥੇ ਰਹਿੰਦੀ ਤੁਹਾਡੇ ਨਾਲ? ਹਾਂ ਉਹ ਆਈ ਵੀ ਆ, ਰਹਿੰਦੀ ਦੋਤੀ ਰਹਿੰਦੀ ਮੇਰੇ ਕੋਲ। ਅੱਛਾ, ਦੋਤੀ ਰਹਿੰਦੀ। ਹਾਂ ਦੋਤੀ ਰਹਿੰਦੀ 20 ਸਾਲਾਂ ਦੀ, 20 ਸਾਲਾਂ ਦੀ ਵੱਡੀ ਕੁੜੀ ਦੀ। ਉਹਦੇ ਵੀ ਪ੍ਰੈਸ ਲੱਗ ਗਈ ਇੱਥੇ, ਉਹ ਵੀ ਡਿੱਗ ਪਈ, ਉਹ ਵੀ ਪੱਟੇ ਲਵਾਉਂਦੀ ਆ, ਤੇ ਪਿੰਡ ਗਈ ਵੀ ਆ। ਅੱਛਾ ਹਾਂ 6 ਵਜੇ ਮਣ ਕੇ ਬਹਿ ਗਏ, ਟੂਈ ਦੇ ਨਾਲ ਮਾਸ ਪਟ ਗਿਆ। ਮਾਤਾ ਜੀ ਪਤਾ ਚੱਲਿਆ ਕਿ ਤੁਹਾਡੀ ਜਿਹੜੀ ਇੱਕ ਬੇਟੀ ਉਹਨੂੰ ਕੈਂਸਰ ਵੀ ਹੈ? ਨਾ ਨਾ ਇਹ ਜਿਹਾ ਨਹੀਂ ਹੈ ਕੁਛ, ਉਹ ਠੀਕ, ਕੁੜੀਆਂ ਤਾਂ ਮੇਰੀਆਂ ਠੀਕ ਠਾਕ ਨੇ। ਉਹ ਉਹਨੂੰ ਸ਼ੂਗਰ ਸਾਗਰ ਆ ਵੱਡੀ ਨੂੰ, ਇਹ ਜਿਹਾ ਕੋਈ ਨੁਕਸ ਨਹੀਂ ਹੈਗਾ ਮੈਂ ਕਹਾਂ। ਉਹ ਛੋਟੀ ਹੈ ਜਿਹੜੀ, ਉਹ ਆ ਜਾਂਦੀ, ਉਹ ਸਰ ਜਾਂਦਾ, ਉਹ ਲਾ ਜਾਂਦੀ 2-2 ਮਹੀਨੇ ਵੀ ਲਾ ਜੇ, ਮਹੀਨਾ ਵੀ ਲਾ ਜੇ। ਮੇਰੀ 6 ਵੱਜਣ ਤੋਂ ਪਹਿਲਾਂ ਆਈ ਸੀ ਥੋੜ੍ਹੇ ਜਿਹੇ ਦਿਨ, ਫਿਰ ਜਦੋਂ 6 ਵੱਜਣ 4 ਮਹੀਨੇ ਹੋ ਗਏ ਇੱਥੇ ਹੀ ਆ। ਫਿਰ ਜਿੰਨੇ ਚਿਰ ਮਾੜਾ ਮੋਟਾ ਤੁਰਦੀ ਨਹੀਂ ਹਜੇ ਉਹ ਤੋਂ ਜਾਇਆ ਨਹੀਂ ਜਾਂਦਾ, ਵੱਡੀ ਤੋਂ ਨਹੀਂ ਆ ਜਾਂਦਾ। ਅਤੇ ਉਹ ਛੋਟੀ ਕੁੜੀ ਮੇਰੀ ਦੋਤੀ ਆ, ਉਹ ਫਿਰ ਅਸੀਂ ਦੋਨੋਂ ਨਾਨੀ ਦੋਤੀ ਰਹਿੰਦੇ ਹਾਂ, ਦੋਨੋਂ ਵੇਲਾ ਪੂਰਾ ਕਰੀ ਜਾਂਦੇ ਹਾਂ। ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕੋਈ ਮਦਦ ਕਰੇ ਆ ਕੇ? ਹੈਗੀ ਕਿਸੇ, ਜੇ ਚਾਹੁੰਦੇ ਹੋ ਤਾਂ ਅਸੀਂ ਜ਼ਰੂਰ ਕਵਾਂਗੇ ਕਿ ਤੁਹਾਡੀ ਕੋਈ ਬਾਂਹ ਫੜੇ ਆ ਕੇ। ਕਰੂਗਾ ਫਿਰ ਸਿੱਟਦਾ ਤਾਂ ਕੋਈ ਨਹੀਂ ਮਿਲਿਆ, ਟਾਈਮ ਪਾਸ ਕਰਨ ਨੂੰ ਕੋਈ ਸਿੱਟਦਾ ਤਾਂ ਹੈ ਨਹੀਂ ਵੀ ਸਾਨੂੰ ਕਿਉਂ ਐਂ ਕਰਦਾ। ਮਦਦ ਤਾਂ ਸਾਡੀ ਕਦੇ ਕਰੀ ਨਹੀਂ, ਹਰ ਕੋਈ ਦੇ ਕੇ ਗਿਆ ਸੀ 25,000 ਰੁਪਏ, ਨਹੀਂ ਸਾਨੂੰ ਕਿਸੇ ਨੇ ਨਹੀਂ ਕੁਛ ਕਰਿਆ ਕਦੇ ਜਮਾ ਵੀ। ਫਿਰ ਕਿਸੇ ਤੋਂ ਮੰਗਿਆ ਤਾਂ ਜਾਂਦਾ ਨਹੀਂ ਵੀਰ, ਹਾਂ ਔਖੇ ਔਖੀਆਂ ਕਿਸੇ ਦੇ, ਹੈ ਨਾ। ਐਂ ਹੁਣ ਜੇ ਮੈਂ ਤੁਹਾਨੂੰ ਆਖਾਂ ਮੈਨੂੰ ਇੰਨਾ ਕੁਛ ਐਂ ਦੇ ਕੇ ਜਾਓ, ਵੀ ਮੈਂ ਸੋਹਣੀ ਨਹੀਂ ਲੱਗਦੀ ਕਹਿੰਦੀ ਵੀ, ਨਾ ਮੇਰਾ ਟੱਬਰ ਮੁੱਕ ਗਿਆ ਨੇ, ਮੈਂ ਚੀਜ਼ਾਂ ਕਹਾਂ ਮੇਰਾ ਮਨ ਨਹੀਂ ਕਹਿੰਦਾ। ਹੈ ਜਿਹੜੀ ਕਰਮਾਂ 'ਚ ਫਿਰ ਕੱਟਣੀਆਂ ਹੋਈਆਂ। ਹੁਣ ਤੁਹਾਡੀ ਜਿਹੜੀ ਜ਼ਿੰਦਗੀ ਪਰਮਾਤਮਾ ਨੇ ਜਿਹੜੇ ਸਵਾਸ ਤੁਹਾਨੂੰ ਬਖਸ਼ੇ ਆ, ਹੈ ਨਾ, ਸੋ ਇਹਨੂੰ ਹੁਣ ਟੈਨਸ਼ਨਾਂ 'ਚ ਨਾ ਤੁਸੀਂ ਲਓ, ਹੈ ਨਾ। ਬਥੇਰਾ ਕੁੜੀਆਂ ਲੜਦੀਆਂ ਬੀਬੀ ਤੂੰ ਨਾ ਕਰਿਆ ਕਰ, ਫਿਰ ਮੁੜ ਕੇ ਫਿਰ ਉਹੀ ਗੱਲ ਆ ਜਾਂਦੀ ਚੇਤੇ, ਹਟਦੀ ਨਹੀਂ। ਤੁਸੀਂ ਥੋੜਾ ਜਿਹਾ ਜਾਇਆ ਕਰੋ ਬਾਹਰ। ਸੱਟ ਵੀ ਆਖਦੀ ਜੇ ਤੂੰ ਭੁੱਲੇ ਤੇਰੇ ਰਾਮ ਆ ਜੇ, ਬਸ ਨਹੀਂ ਭੁੱਲ ਨਹੀਂ ਲੱਗਦੀ ਮੱਚਦੀ, ਕੀ ਕਰਾਂ। ਨਾ ਇਹਨਾਂ ਦੀ ਲੱਗਦੀ ਹੈ, ਨਾ ਹੁਣ ਸੱਟ ਦੀ ਲੱਗਦੀ ਹੈ। ਕਦੇ ਵੱਡੀ ਧੀ ਕੋਲ ਚਲ ਜਾ ਕਰੋ ਰਹਿਣ ਲਈ, ਕਦੇ ਛੋਟੀ ਕੋਲ ਚਲ ਜਾ ਕਰੋ, ਥੋੜਾ ਜਿਹਾ ਮਨ ਹੋਰ ਹੋ ਜਾਏਗਾ। ਮੈਂ ਮੇਰਾ ਜੀਅ ਨਹੀਂ ਕਰਦਾ ਜਾਣ ਨੂੰ ਕਿਸੇ ਪਾਸੇ। ਕੁੜੀ ਤਾਂ ਬਥੇਰਾ ਆਖਦੀ ਬੀਬੀ ਤੂੰ ਮੇਰੇ ਕੋਲ ਆ ਜਾ, ਚਾਹ ਦੇ। ਮੈਂ ਕਹਿੰਦੀ ਨਾ ਮੈਂ ਤੇ ਆਉਂਦੀ ਨਹੀਂ, ਫਿਰ ਉਹ ਘਰ ਛੱਡ ਕੇ ਨਹੀਂ ਜਾਣ ਨੂੰ ਜੀ ਕਰਦਾ। ਆਗੇ ਭਾਂਡੇ ਵੀ ਅਗਲਾ ਲੈ ਜੂਗਾ ਚੱਕ ਕੇ, ਫਿਰ ਅਗਲਾ ਕੋਈ ਫਿਰਦੀ ਧੀਆਂ ਕੋਲੇ, ਐ ਨਹੀਂ ਜੀ ਕਰਦਾ ਵੀ ਲੈ ਜਾਣ ਨੂੰ। ਕੋਈ ਐਵੇਂ ਕੁਛ ਨਹੀਂ ਕਹਿੰਦਾ ਹੁੰਦਾ, ਤੁਸੀਂ ਬਸ ਅੰਦਰ ਹੀ ਅੰਦਰ ਘੁੱਟ ਘੁੱਟ ਕੇ ਜੀ ਰਹੇ ਹੋ। ਕਹਿਣਾ ਤਾਂ ਕੀ ਆ, ਬਸ ਆਪਦੇ ਮਨ ਹੀ ਐਂ ਹੋਇਆ ਪਿਆ, ਕੁਛ ਬਣਦਾ ਨਹੀਂ। ਜਦੋਂ ਇੰਨੇ ਸਾਲਾਂ ਦਾ ਨਹੀਂ ਬਣਿਆ, ਹੁਣ ਕੀ ਬਣੂਗਾ। ਸੋ ਖੈਰ ਤੱਕ ਗਈ, ਕਿਸੇ ਵੇਲੇ ਭੁੱਲ ਨਹੀਂ ਲੱਗਦੀ। ਇੱਕ ਵੀ ਬੰਦਾ ਆਪਣਾ ਮਰ ਜੇ ਘਰ ਚੋਂ, ਦੇਖ ਆਪਾਂ ਨੂੰ ਕਿੰਨੀ ਤਕਲੀਫ ਹੈ। ਮੇਰੇ 4 ਐਡੀਆਂ ਸੋਹਣੀਆਂ ਮੇਰੀਆਂ ਕੁੜੀਆਂ ਨੇ, ਮੇਰਾ ਮੁੰਡਾ ਇੰਨਾ ਸੋਹਣਾ, ਹੁਣ ਹੱਥ ਨਹੀਂ ਆਉਂਦਾ ਕਰ ਮੇਰਾ, ਕਰਾਂ ਕੀ। ਹੁਣ ਤਾਂ ਨਹੀਂ ਜੇ ਐਂ ਪਤਾ ਹੁੰਦਾ ਵੀ ਐ ਹੁਣ ਜਾਂਦੇ ਹੀ ਨਾ, ਜਾਂ ਮੁੰਡੇ ਨੂੰ ਘਰੇ ਛੱਡ ਜਾਂਦੇ, ਜਾਂ ਜਿਵੇਂ ਮੈਂ ਮੁੜੇ ਸੀ ਉਵੇਂ ਜਵਾਕ ਹੀ ਮੁੜਿਆ ਆਉਂਦੀ। ਮੁੜਿਆ ਤਾਂ ਫਿਰ ਮੇਰੇ ਨਾਲ ਕੋਈ ਵੀ ਨਾ। ਕੁਛ ਨਹੀਂ ਬਣਦਾ, ਬਸ ਬਣ ਗਿਆ ਜਦੋਂ ਬਣਨਾ ਸੀ। ਚੋਰ ਹੈ ਬਸ ਸਾਰਿਆਂ ਜਿਉਂਦੀ ਨੂੰ, ਜਿੰਨਾ ਚਿਰ ਜਿਉਂਗੀ ਮੈਂ ਉਨਾ ਚਿਰ ਸੁੱਕਦੀ ਹਾਂ। ਗੁਰਦੁਆਰੇ ਸਾਹਿਬ ਜਾਂਦੇ ਸੀ ਜਦੋਂ, ਅਰਦਾਸ ਕੀ ਕਰਿਆ ਕਰਦੀ ਸੀ? ਅਰਦਾਸ ਕਰੀ ਜਿਵੇਂ ਇਹਨਾਂ ਸੁੱਖ ਸ਼ਾਂਤੀ ਭਾਲਦੀ ਸੀ, ਧੀਆਂ ਦੀ, ਆਪਦੀਆਂ ਦੀ, ਧੀਆਂ ਦੀ ਜਮਾਈਆਂ ਦੋਤੀਆਂ ਦੀ, ਵੀ ਇਹਨਾਂ ਨੂੰ ਰੱਬ ਤੰਦਰੁਸਤੀ ਦੇ। ਹੋਰ ਕੀ ਭਾਲਣੀ ਸੀ, ਵੀ ਲੈ ਆਈ ਆਖਣਾ ਸੀ ਵੀ ਇਹਨਾਂ ਨੂੰ ਹਰ ਤੰਦਰੁਸਤੀ ਮੇਰੀ ਜਿਉਂਦੀ, ਤੇ ਇਹਨਾਂ ਨੂੰ ਕੁਛ ਕੰਨ ਨਾ ਦੁਖੇ, ਨਾ ਮੇਰੇ ਤੋਂ ਝੱਲਿਆ ਜਾਂਦਾ ਹੁਣ ਇਹਨਾਂ। ਮੈਂ ਕਿਹਾ ਮੇਰਾ ਦੁੱਖ ਜੇ ਤੁਹਾਡਾ ਜਮਾ ਹੀ ਨਾ ਦੁਖੇ,
ਹੁਣ ਦੋਤੀ ਦਿਨ ਸੱਟ ਵੱਜੀ ਉਹਦੇ ਨਾਲ ਇੰਨੀ ਜਾਨ ਔਖੀ ਹੋਈ ਗੱਲ ਛੱਡਦੀ ਚੰਗਿਆੜਾ ਮਾਰ ਗਏ ਨਾ ਮਾਵਾਂ ਧੀਆਂ ਵੀ ਐ ਲੁੱਟ ਕੇ ਜੇ ਗਈ ਧੌਣ ਲਟਕਾ ਕੇ ਅੱਖਾਂ 'ਚ ਚੜਾ ਗਈ ਤਾਂ ਐ ਵੀ ਬਸ ਇਹ ਤਾਂ ਗਈ ਵੀ ਪਹਿਲਾਂ ਵਾਲੀ ਨਹੀਂ ਮੁੜੇ ਹਜੇ ਵੀ ਆਹ ਕੋਈ ਹੋ ਗਿਆ ਚੱਲ ਮਣਕੇ ਜੇ ਬਹਿ ਗਏ ਟੂਹੀ ਦੇ ਮਾਸ ਪਾਟ ਗਿਆ ਇਲਾਜ ਕਰਾਂਗੇ ਉੱਥੇ ਦੇ ਪਿੰਡ ਗਈ ਵੀ ਆ ਡਿੱਗੇ ਕਿਸ ਤਰ੍ਹਾਂ ਸੀਗੇ? ਪ੍ਰੈਸ ਲੱਗ ਗਈ ਸੀ ਆਪਦੇ ਕੱਪੜਿਆਂ ਤੇ ਪ੍ਰੈਸ ਕਰਨ ਲੱਗੀ ਸੀ ਉਹ ਚੱਪਲੀਆਂ ਨਹੀਂ ਲਾਉਂਦੀ ਡੁੱਬੜੀ ਉਹਦੇ ਚੱਪਲੀਆਂ ਲਾਤੀਆਂ ਚੱਕਣ ਸਾਰੀ ਪ੍ਰੈਸ ਕਿਤੇ ਨੰਗੀ ਉਹ ਤਾਰ ਨੰਗੀ ਸੀ ਤਾਰ ਨੂੰ ਇੱਥੋਂ ਹੱਥ ਲੱਗ ਗਿਆ ਕਰੰਟ ਲੱਗ ਗਿਆ ਫਿਰ ਸੁਦੇ ਪ੍ਰੈਸ ਡਿੱਗ ਪਈ ਤੇ ਥੱਲੇ ਜੇ ਪਲੱਗਾ ਕੰਧ 'ਚ ਗੱਲ ਕਰ ਪਲੱਗ ਆਪੇ ਹੀ ਨਿਕਲ ਗਿਆ ਕਰਮਾਂ ਦੀ ਮਾਰ ਨਹੀਂ ਜੇ ਪਲੱਗ ਨਾ ਨਿਕਲਦਾ ਫਿਰ ਬੜਾ ਨੁਕਸਾਨ ਮਟਿਆਰ ਹੈ। ਚਲੋ ਮਾਤਾ ਜੀ ਤੁਸੀਂ ਹੌਸਲਾ ਰੱਖੋ। ਸੋ ਕੋਈ ਗੱਲ ਨਹੀਂ, ਤੁਹਾਡੀ ਬਾਂਹ ਫੜਨ ਵਾਲੇ ਜ਼ਰੂਰ ਆਉਣਗੇ ਕਿਉਂਕਿ ਬਹੁਤ ਲੋਕ ਦਿਲ ਦੇ ਵੱਡੇ ਨੇ ਜੋ ਬੜਾ ਪਿਆਰ ਕਰਦੇ ਨੇ ਮਾਵਾਂ ਨੂੰ। ਸੋ ਇਸ ਮਾਂ ਦੀ ਗੱਲ ਜ਼ਰੂਰ ਸੁਣਨਗੇ। ਸੋ ਇਸ ਨੂੰ ਸਾਡੇ ਨਾਲ ਮਾਤਾ ਹਰਬੰਸ ਕੌਰ ਜੀ, ਹਾਲਾਂਕਿ ਮਾਤਾ ਦੀ ਅੱਖਾਂ 'ਚ ਹੰਝੂ ਲਗਾਤਾਰ ਹੀ ਰਹੇ ਜਿੰਨੀ ਦੇਰ ਤੱਕ ਮੇਰੇ ਨਾਲ ਗੱਲਬਾਤ ਕੀਤੀ। ਕੁਝ ਸਮੇਂ ਦੀ ਜਿਹੜੀ ਗੱਲਬਾਤ ਸੀਗੀ ਉਸ ਦੌਰਾਨ ਮਾਂ ਦੀਆਂ ਅੱਖਾਂ 'ਚੋਂ ਹੰਝੂ ਰੁਕੇ ਨਹੀਂ ਆ, ਲਗਾਤਾਰ ਮਾਂ ਰੋਂਦੀ ਰਹੀ ਹੈ, ਦਰਦ ਨੂੰ ਬਿਆਨ ਕਰਦੀ ਰਹੀ ਹੈ। ਸੋ ਅਸੀਂ ਹੱਥ ਜੋੜ ਕੇ ਅਪੀਲ ਜ਼ਰੂਰ ਕਰਾਂਗੇ ਕਿ ਜਿਹੜੇ ਮਾਵਾਂ ਨੂੰ ਪਿਆਰ ਕਰਦੇ ਨੇ ਜਾਂ ਜਿਹੜੇ ਕਹਿੰਦੇ ਨੇ ਕਿ ਸਾਡੇ ਘਰ ਮਾਂ ਨਹੀਂ ਹੈ ਤਾਂ ਸਾਂਭਣਾ ਆ, ਤਾਂ ਜ਼ਰੂਰ ਆ ਕੇ ਇਸ ਮਾਂ ਦੀ ਮਦਦ ਕਰਨ ਕਿਉਂਕਿ ਰਹਿੰਦੀ ਜ਼ਿੰਦਗੀ ਤਾਂ ਥੋੜ੍ਹੀ ਜਿਹੀ ਖੁਸ਼ੀ ਨਾਲ ਹੰਡਾ ਕੇ ਜਾਵੇ ਕਿਉਂਕਿ ਮਾਂ ਦੇ ਸੀਨੇ 'ਚ ਦਰਦ ਬੜਾ ਵੱਡਾ ਹੈ। 8 ਪਰਿਵਾਰਕ ਮੈਂਬਰਾਂ ਨੂੰ ਖੋਹ ਲੈਣਾ ਔਰ ਉਸ ਤੋਂ ਬਾਅਦ ਉਹਨਾਂ ਦੀ ਯਾਦਾਂ ਨੂੰ ਹੀ ਜਿਉਂਦੇ ਰੱਖਣਾ ਆਪਣੇ ਦਿਲਾਂ ਦੇ ਵਿੱਚ, ਮਨ ਦੇ ਵਿੱਚ। ਭੁੱਲਦਾ ਹੀ ਨਹੀਂ ਮਾਂ ਨੂੰ ਉਹ ਆਪਣਾ ਪੁੱਤ ਔਰ ਪਤੀ ਜਿਹੜਾ ਹੱਥ ਹੀ ਦੇਖਿਆ ਸੀ ਪਤੀ ਦਾ ਲਾਸਟ ਟਾਈਮ 'ਤੇ। ਸੋ ਮਾਵਾਂ ਧੀਆਂ ਨੇ ਫਿਰ ਦਰਦ ਹੰਡਾਇਆ ਹੈ। ਤਾਂ ਅੱਜ ਵੀ ਮਾਤਾ ਜੀ ਦਰਦ ਵਿੱਚ ਨੇ, ਚੂਲਾ ਟੁੱਟਾ ਹੋਇਆ, ਮਾਤਾ ਸੱਟ ਲੱਗ ਗਈ ਸੀ, ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਏ ਸੀ ਔਰ ਹਾਲੇ ਮੰਜੀ 'ਤੇ ਨੇ। ਜੋ ਕੰਮ ਕਰਦੇ ਨੇ ਸਿਰਫ ਦੋਤੀ ਆ ਕੇ ਕਰਦੀ ਸੀ। ਤਾਂ ਇੱਕ ਅਪੀਲ ਜ਼ਰੂਰ ਹੈ ਕਿ ਕੋਈ ਨਾ ਕੋਈ ਆਵੇ ਔਰ ਕੋਈ ਰੱਬ ਦਾ ਫਰਿਸ਼ਤਾ ਬਣ ਕੇ ਬੋੜ ਆਵੇ ਕਿ ਮਾਂ ਦਾ ਹੱਥ ਆ ਕੇ ਫੜਿਆ ਜਾਵੇ। ਸੋ ਆਸ ਉਮੀਦ ਨਾਲ ਫਿਰ ਤੋਂ ਹਾਜ਼ਰ ਜ਼ਰੂਰ ਹੋਵਾਂਗੇ ਤੁਹਾਡੇ ਨਾਲ। ਹੁਣ ਕੈਮਰਾਮੈਨ ਸਹਿਯੋਗੀ ਸਾਥੀ ਵਿੱਕੀ ਦੇ ਨਾਲ ਤੁਹਾਡੇ ਤੋਂ ਲਵਾਂਗੇ ਆਗਿਆ। ਮੈਂ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।